सत श्री अकाल जी। द खालस टीवी देखने वाले देश दुनिया के साडे सारे दर्शकों का बहुत बहुत स्वागत है। एतवार के एमरजेंसी बुलेटिन के नाल मैं हरशरण कौर। बुलेटिन के दसांगे तुहानू पंजाब समेत दुनिया भर ਦੀਆਂ सारियां वड्डियां ताज़ा ते अहम खबरां। शुरुआत करांगे दो वड्डियां घटनावां दे नाल। वड्डे हादसे वापरे ने दुनिया दे विच, उन्हां दी सब तो पहलां गल करांगे। सोमालिया दे विच वड्डा हादसा वापरिया है। राजधानी मोगादिशु दे विच दो कार बंब धमाके होए ने, जिन्हां दे विच घट्टो घट्ट 100 जने मारे गए ने। खबरां पढ़े जाण तक मरण वालियां दी गिणती वधण दा पूरा खदशा बनिया होया। सोमालिया दे राष्ट्रपति हसन शेख मुहम्मद ने घटना वाली थां ते जाके पत्रकारां नूं दस्सिया कि धमाकिਆਂ ਦੇ ਵਿੱਚ 300 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਨੇ ਇਹਨਾਂ ਹਮਲਿਆਂ ਨੂੰ ਬੇਹੱਦ ਬੇਰਹਿਮ ਅਤੇ ਡਰਾਕਲ ਕਾਰਵਾਈ करार दिता। दूजी वड्डी घटना दक्षिणी कोरिया दे विच वापरी है। इत्थे राजधानी सियोल दे विच हैलोवीन के त्यौहार दौरान भीड़ दे तंग गली विच दाखिल होने की कोशिश विच भगदड़ मच गई ते इस मची भगदड़ दे विच मरण वालियां दी गिणती हुण 50 तो वध के 153 हो गई है, जबकि 100 के करीब लोगों का इलाज चल रहा है। एमरजेंसी कर्मचारियों ते राहगीरां ने राजधानी के इटेवन जिले दे विच भगदड़ मचण तो बाद सड़कों ते पए लोगों नूं साह दिवाउण दी कोशिश की। मरण वाले ते ਜ਼ਖਮੀਆਂ ਦੇ ਵਿੱਚ ਜ਼ਿਆਦਾਤਰ 20 ਤੋਂ 30 ਸਾਲ ਦੇ ਨੌਜਵਾਨ ਤੇ ਮੁਟਿਆਰਾਂ ਨੇ। ਮਰਨ ਵਾਲਿਆਂ ਦੇ ਵਿੱਚ 19 ਵਿਦੇਸ਼ੀ ਵੀ ਨੇ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। 3 ਚੀਨੀ ਨਾਗਰਿਕ ਵੀ ਦੱਸੇ ਜਾ ਰਹੇ ਨੇ। ਜ਼ਖਮੀਆਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਰਜਨਾਂ ਲੋਕਾਂ ਨੂੰ ਦਿਲ ਦਾ ਦੌਰਾ ਵੀ ਪਿਆ। ਚਸ਼ਮਦੀਦਾਂ ਮੁਤਾਬਿਕ ਪੁਲਿਸ ਭੀੜ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਰਹੀ। ਜ਼ਖਮੀਆਂ ਦਾ ਕਹਿਣਾ ਹੈ ਕਿ ਲੋਕ ਇੱਕ ਦੂਜੇ ਤੇ ਚੜ ਰਹੇ ਸਨ, ਉਹਨਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਸੀ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਸਾਈਟ ਦਾ ਦੌਰਾ ਕੀਤਾ। ਸਿਓਲ ਕਮਿਊਨਿਟੀ सेंटर के मुताबिक हादसे नाल संबंधित 2900 के करीब लोग लापता भी हैं। घटना ਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਵੀਡੀਓਜ਼ ਦੇ ਵਿੱਚ ਲੋਕ ਦੱਬੇ ਹੋਏ ਤੇ ਫਸੇ ਹੋਏ ਨਜ਼ਰ ਆ ਰਹੇ ਨੇ। ਇਹਨਾਂ ਵੀਡੀਓਜ਼ ਦੇ ਵਿੱਚ ਲੋਕ ਦੱਬੇ ਤੇ ਫਸੇ ਹੋਏ ਨਜ਼ਰ ਆ ਰਹੇ ਨੇ। ਦੇਖਿਆ ਜਾ ਸਕਦਾ ਹੈ ਕਿ ਭੀੜੀ ਗਲੀ ਦੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਫਸ ਗਏ। ਇੰਨੀ ਭੀੜ ਸੀ ਕਿ ਲੋਕ ਆਪਣੀ ਥਾਂ ਤੋਂ ਹਿੱਲ ਵੀ ਨਹੀਂ ਸਕਦੇ ਸੀ। ਲਾਸ਼ਾਂ ਨੂੰ ਸੜਕਾਂ ਤੋਂ ਹਟਾ ਕੇ ਅਜਿਹੀ ਥਾਂ ਤੇ ਰੱਖਿਆ ਗਿਆ ਜਿੱਥੇ ਪਰਿਵਾਰਕ ਮੈਂਬਰ ਆ ਕੇ ਆਪਣੇ ਰਿਸ਼ਤੇਦਾਰਾਂ ਦੀ ਪਛਾਣ ਕਰ ਸਕਣ। ਇਹ ਵੱਡਾ ਦੁਖਦਾਈ ਹਾਦਸਾ ਵਾਪਰਨ ਤੋਂ ਬਾਅਦ ਪੂਰਾ ਮੁਲਕ ਸੋਗ ਵਿੱਚ ਡੁੱਬ ਗਿਆ। ਕੋਵਿਡ ਦੇ ਨਾਲ ਜਿਹੜੀਆਂ ਸੰਬੰਧਿਤ ਪਾਬੰਦੀਆਂ ਸੀ ਉਹਨਾਂ ਦੇ ਹਟਣ ਤੋਂ ਬਾਅਦ ਇਹ ਸਿਓਲ ਦੇ ਵਿੱਚ ਪਹਿਲਾ ਹੈਲੋਵੀਨ ਦਾ ਜਸ਼ਨ ਸੀ। ਜਿਹੜੇ ਇਲਾਕੇ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਸੀ ਉੱਥੇ 1 ਲੱਖ ਦੇ ਕਰੀਬ ਲੋਕ ਪਹੁੰਚੇ ਹੋਏ ਸੀ ਤੇ ਰਾਤ ਦੇ ਵਕਤ ਇਹ ਜਸ਼ਨ ਮਨਾਇਆ ਜਾ ਰਿਹਾ ਸੀ। ਇਸ ਵੱਡੀ ਘਟਨਾ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਸਮੇਤ ਵੱਖ-ਵੱਖ ਮੁਲਕਾਂ ਦੇ ਵੱਡੇ ਲੀਡਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਨੂੰ ਵਾਪਰਿਆ ਹੋਇਆ ਪੂਰੇ 5 ਮਹੀਨੇ ਬੀਤ ਚੁੱਕੇ ਨੇ। 29 ਮਈ ਨੂੰ ਉਸ ਦਾ ਦਰਦਨਾਕ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਸੀ ਤੇ 29 ਅਕਤੂਬਰ ਨੂੰ 5 ਮਹੀਨੇ ਪੂਰੇ ਹੋ ਚੁੱਕੇ ਨੇ। ਪਰ 5 ਮਹੀਨੇ ਪੂਰੇ ਹੋਣ ਤੇ ਵੀ ਇਨਸਾਫ ਨਾ ਮਿਲਣ ਤੋਂ ਬਾਅਦ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਭਾਵੁਕ ਹੋ ਕੇ ਇੱਕ ਵੱਡਾ ਐਲਾਨ ਕੀਤਾ ਹੈ। ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਜੇ 25 ਨਵੰਬਰ ਤੱਕ ਉਹਨਾਂ ਦੇ ਪੁੱਤ ਦੇ ਕਤਲ ਦਾ ਇਨਸਾਫ ਨਾ ਮਿਲਿਆ ਤਾਂ ਉਹ ਖੁਦ ਜਾ ਕੇ ਸਿੱਧੂ ਦੇ ਕਤਲ ਦੀ FIR ਕੈਂਸਲ ਕਰਨ ਦੀ ਦਰਖਾਸਤ ਦੇਣਗੇ ਤੇ ਮੁਲਕ ਛੱਡ ਦੇਣਗੇ। ਇਸ ਐਲਾਨ ਤੋਂ ਸਮਝਿਆ ਜਾ ਸਕਦਾ ਹੈ ਕਿ ਮਾਤਾ ਪਿਤਾ ਕਿਸ ਵੱਡੇ ਦੁੱਖ ਦੇ ਵਿੱਚੋਂ ਗੁਜ਼ਰ ਰਹੇ ਨੇ। ਹੁਣ ਤੱਕ ਉਹ ਇਹੀ ਐਲਾਨ ਕਰਦੇ ਸੀ, ਇਹੀ ਬਿਆਨ ਦਿੰਦੇ ਸੀ ਕਿ ਅਸੀਂ ਡਟ ਕੇ ਇਹਨਾਂ ਗੈਂਗਸਟਰਾਂ ਦੇ ਖਿਲਾਫ ਲੜਾਈ ਲੜਾਂਗੇ, ਅਸੀਂ ਆਪਣੇ ਪੁੱਤ ਨੂੰ ਇਨਸਾਫ ਦਿਵਾ ਕੇ ਹੀ ਰਹਾਂਗੇ। ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸਿਸਟਮ ਸ਼ਾਇਦ ਉਹਨਾਂ ਨੂੰ ਇਨਸਾਫ ਨਹੀਂ ਦੇਵੇਗਾ। ਹਰ ਐਤਵਾਰ ਨੂੰ ਮੂਸਾ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਅੰਤਿਮ ਸੰਸਕਾਰ ਵਾਲੀ ਥਾਂ ਤੇ ਅਤੇ ਉਸਦੇ ਮਾਪਿਆਂ ਨੂੰ ਮਿਲਣ ਦੇ ਲਈ ਲੋਕ ਪਹੁੰਚਦੇ ਨੇ ਤੇ ਐਤਕੀ ਵੀ ਐਤਵਾਰ ਨੂੰ ਲੋਕ ਪਹੁੰਚੇ ਤਾਂ ਮੂਸੇਵਾਲੇ ਦੇ ਪਿਤਾ ਨੇ ਸੰਬੋਧਨ ਦੌਰਾਨ ਦੱਸਿਆ ਕਿ ਉਹਨਾਂ ਨੇ ਪੰਜਾਬ ਦੇ DGP ਗੌਰਵ ਯਾਦਵ ਤੋਂ ਵੀ ਮਿਲਣ ਦਾ ਸਮਾਂ ਮੰਗਿਆ। ਜੇ DGP ਉਹਨਾਂ ਨੂੰ ਮਿਲਦੇ ਨੇ ਤਾਂ ਉਹ ਮੁਲਜ਼ਮਾਂ ਦਾ ਨਾਮ ਦੱਸਣਗੇ। ਪਿਤਾ ਨੇ ਕਿਹਾ ਕਿ ਜੇ ਮੈਂ ਪਹਿਲਾਂ ਉਹਨਾਂ ਦੇ ਨਾਵਾਂ ਦਾ ਖੁਲਾਸਾ ਕਰ ਦਿੱਤਾ ਤਾਂ ਉਹ ਭੱਜ ਸਕਦੇ ਨੇ। ਇੰਨਾ ਹੀ ਨਹੀਂ, ਬਲਕੌਰ ਸਿੰਘ ਨੇ NIA ਅਤੇ ਸਿੱਧੂ ਕਤਲकांड ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਲੈ ਕੇ ਵੀ ਗੰਭੀਰ ਇਲਜ਼ਾਮ ਲਾਏ ਨੇ। ਸੋ ਬਾਕੀ ਕਈਆਂ ਦੇ ਬਾਈ ਨੇ ਮੈਂ DGP ਸਾਹਿਬ ਤੋਂ ਟਾਈਮ ਮੰਗਿਆ, ਜੇ ਮੈਨੂੰ ਟਾਈਮ ਦੇਤਾ ਕਿਉਂਕਿ ਜੇ ਮੈਂ ਪਹਿਲਾਂ ਨਾਮ ਲੈ ਦਿਆਂ ਉਹਨਾਂ ਦੇ ਫਿਰ ਉਹ ਡਿਫੈਂਸਿਵ ਹੋ ਜਾਂਦੇ ਨੇ, ਅਗਲਾ ਭੱਜਣ ਦੀ ਕੋਸ਼ਿਸ਼ ਕਰ ਲੈਂਦੇ ਇੱਧਰ ਉੱਧਰ। ਜੇ ਸਮਾਂ ਮਿਲ ਗਿਆ ਤਾਂ 10 ਦੂਰ ਪਹੁੰਚੂਗਾ ਚੰਡੀਗੜ੍ਹ, ਨਹੀਂ ਦੇਣਗੇ ਤਾਂ ਆਪਾਂ ਨਵੰਬਰ ਦਾ ਮਹੀਨਾ ਬਿਲਕੁਲ ਵੇਟ ਕਰਾਂਗੇ। ਸਾਰੇ ਤੁਸੀਂ ਕਣਕ ਬੀਜ ਲਓ, ਖੇਤੀਬਾੜੀ ਦੀ ਐਵੇਂ ਸੈੱਟ ਕਰ ਲਓ ਕਿਉਂਕਿ ਇਹ ਵੀ ਖਾਣੀ ਹੈ ਸਾਰਾ ਸਾਲ, ਫਿਰ ਆਪਾਂ ਵੇਖਦੇ ਹਾਂ ਕਿੱਧਰ ਨੂੰ ਚੱਲੂ। ਪਰ ਇਹ ਲੜਾਈ ਹੈ, ਆਪਾਂ ਨੂੰ ਲੜਨੀ ਪੈਣੀ ਹੈ।
ਫਿਰ ਆਪਾਂ ਸਰਕਾਰ ਦਾ ਖੜਾ ਛੱਡ ਦਾਂਗੇ, ਸਰਕਾਰ ਦੀਆਂ ਗਾਰਦਾਂ ਵੀ ਛੱਡ ਦਾਂਗੇ। ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਅਫਸਾਨਾ ਖਾਨ ਦਾ ਨਾਮ ਲਏ ਬਿਨਾਂ NIA ਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਗੋਲਡੀ ਬਰਾੜ ਦੇ ਕਹਿਣ ਤੇ NIA ਅਫਸਾਨਾ ਖਾਨ ਤੋਂ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਉਹਨੇ ਸਿੱਧੂ ਨਾਲ ਗਾਣਾ ਗਾਇਆ ਸੀ ਤੇ ਸਾਡੇ ਪਰਿਵਾਰ ਦੀ ਉਹ ਨੇੜਲੀ ਹੈ, ਜਦਕਿ ਲਾਰੈਂਸ ਦੀ ਚੰਡੀਗੜ੍ਹ ਬੈਠੀ B ਟੀਮ ਦੇ ਮੈਂਬਰਾਂ ਨੂੰ ਹੁਣ ਤੱਕ ਏਜੰਸੀ ਨੇ ਬੁਲਾਇਆ ਹੀ ਨਹੀਂ। ਪਿਓ ਨੇ ਇਹ ਵੀ ਦਾਅਵਾ ਕੀਤਾ ਹੈ ਕਿ NIA ਵੱਲੋਂ ਗਾਇਕਾ ਜੈਨੀ ਜੌਲ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਕਿਉਂਕਿ ਉਹਨੇ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਗਾਣਾ ਗਾਇਆ। ਪਿਤਾ ਨੇ ਕਿਹਾ ਕਿ NIA ਉਹਨਾਂ ਨੂੰ ਬੁਲਾਏ, ਅਸੀਂ ਹਰ ਜਾਣਕਾਰੀ ਦੇਣ ਨੂੰ ਤਿਆਰ ਹਾਂ। ਯਾਨੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਬੁਲਾਵੇ ਏਜੰਸੀ, ਅਸੀਂ ਹਰ ਜਾਣਕਾਰੀ ਦੇਵਾਂਗੇ। ਪਿਤਾ ਨੇ ਦਾਅਵਾ ਕੀਤਾ ਕਿ ਕਤਲ ਤੋਂ ਬਾਅਦ ਉਹਨਾਂ ਨੇ ਖੁਦ ਆਪਣੇ ਪੁੱਤ ਸਿੱਧੂ ਦਾ ਫੋਨ, ਉਹਦਾ ਪਿਸਤੌਲ ਅਤੇ ਗੱਡੀ ਪੁਲਿਸ ਦੇ ਹਵਾਲੇ ਕਰ ਦਿੱਤੀ ਸੀ। ਹੋਰ ਕਿਹੜੇ ਸਬੂਤ ਪੁਲਿਸ ਨੂੰ ਚਾਹੀਦੇ ਨੇ? ਬਲਕੌਰ ਸਿੰਘ ਨੇ ਵਿੱਕੀ ਮਿੱਡੂ ਖੇੜਾ ਦੇ ਭਰਾ ਨੂੰ ਵੀ ਖਰੀਆਂ ਸੁਣਾਈਆਂ ਨੇ। ਉਹਨਾਂ ਕਿਹਾ ਕਿ ਸ਼ਗਨਪ੍ਰੀਤ ਦੇ ਜ਼ਰੀਏ ਮਿੱਡੂ ਖੇੜਾ ਦਾ ਭਰਾ ਸਿੱਧੂ ਨੂੰ ਟਾਰਗੇਟ ਕਰਦਾ ਸੀ, ਪਰ ਹੁਣ ਉਹ ਚੁੱਪ ਕਿਉਂ ਹੈ? ਉਹਨਾਂ ਨੇ ਇਸ਼ਾਰਿਆਂ ਵਿੱਚ ਮਿੱਡੂ ਖੇੜਾ ਅਤੇ ਲਾਰੈਂਸ ਦੇ ਰਿਸ਼ਤਿਆਂ ਦਾ ਖੁਲਾਸਾ ਵੀ ਕੀਤਾ। ਗੋਲਡੀ ਇੱਕ ਪੋਸਟ ਪਾ ਦਿੰਦਾ ਉੱਥੇ ਬੈਠਾ ਤਾਂ NIA ਵੀ ਸਮਝ ਕਰਨ ਲੱਗ ਜਾਂਦੀ ਹੈ। ਸਮਝ ਕਿਹਨੂੰ ਕਰਦੇ ਆ? ਜਿੰਨਾ ਸਿੱਧੂ ਦਾ ਗੱਲਬਾਤ, ਜੇ ਸਿੱਧੂ ਦੇ ਨਾਲ ਕਿਸੇ ਕੁੜੀ ਨੇ ਗਾਣਾ ਕਰ ਲਿਆ ਉਹਨੂੰ ਕਰਤਾ, ਜੇ ਕੋਈ ਸਿੱਧੂ ਨੇ ਕਿਸੇ ਲੜਕੀ ਨੂੰ ਪ੍ਰਮੋਟ ਕਰਤਾ ਉਹਨੂੰ ਬੁਲਾ ਲਿਆ, ਜੇ ਕੋਈ ਸਾਡਾ ਕੋ ਸਿੰਗਰ ਹੈ ਉਹਨੂੰ ਬੁਲਾ ਲਿਆ। ਉਹ ਭਾਈ ਜਿੱਤੇ ਸਿੱਧੂ ਨੂੰ ਗੋਲੀਆਂ ਨਾਲ ਤੁਸੀਂ ਮਾਰਤਾ ਸੀ, ਮੈਂ ਤਾਂ ਉਹਦੀ ਗੱਡੀ ਵੀ ਤੁਹਾਡੇ ਕਬਜ਼ੇ 'ਚ ਦਿੱਤੀ ਹੈ, ਉਹਦਾ ਫੋਨ ਵੀ ਤੁਹਾਡੇ ਕਬਜ਼ੇ 'ਚ ਦਿੱਤਾ ਹੈ, ਉਹਦਾ ਪਿਸਟਲ ਵੀ ਤੁਹਾਡੇ ਕਬਜ਼ੇ 'ਚ ਦਿੱਤਾ ਹੈ। ਭਾਈ ਚੈੱਕ ਕਰ ਲਓ ਕੀ ਇਹਦੇ 'ਚ। ਉਹ ਲੈਣੀਆਂ ਫਰੋਤੀਆਂ, ਲਾਰੈਂਸ ਨੂੰ ਭਰਾ ਬਣਾਉਣਾ ਉਹਦਾ। ਮੁੜ ਕੇ ਤੁਸੀਂ ਸ਼ਗਨਪ੍ਰੀਤ ਦਾ ਨਾਮ ਲੈ ਕੇ ਉਹ ਮੇਰੇ ਜਵਾਕ ਦੇ ਮੌਤ ਦੇ ਵਾਰੰਟ ਕੱਢਦੇ। ਹੁਣ ਤੁਹਾਨੂੰ ਇਨਸਾਫ ਮਿਲ ਗਿਆ। ਮੈਂ ਪੁੱਛਦਾ ਵਿੱਕੀ ਦਾ ਭਰਾ ਅਜੇ ਮਿੱਡੂ ਖੇੜਾ ਕਿੱਥੇ ਹੈ? ਹੁਣ 4 ਮਹੀਨੇ ਹੋ ਗਏ ਉਹਨੇ ਕਦੇ ਵੀਡੀਓ ਪਾਈ? ਜਿੰਨਾ ਚਿਰ ਮੇਰਾ ਪੁੱਤ ਜਿਉਂਦਾ ਸੀ ਹਰ ਇੱਕ ਮਹੀਨੇ ਉਹਦੀ ਵੀਡੀਓ ਪੈਂਦੀ ਸੀ ਔਰ ਸ਼ਗਨਪ੍ਰੀਤ ਦੇ ਜ਼ਰੀਏ ਸਿੱਧੂ ਵੱਲੋਂ ਟਾਰਗੇਟ ਕਰਦਾ ਸੀ। ਹੁਣ ਮੇਰਾ ਪੁੱਤ ਮਾਰਦਾ, ਹੁਣ ਮਿੱਡੂ ਖੇੜੇ ਪਰਿਵਾਰ ਨੂੰ ਜਸਟਿਸ ਮਿਲ ਗਿਆ। ਹੁਣ ਕਿਉਂ ਨਹੀਂ ਗੱਲ ਹੁੰਦੀ? ਕਿਉਂਕਿ ਉਹਨਾਂ ਦਾ ਟੀਚਾ ਇੱਕੋ ਸੀ, ਸਿੱਧੂ ਨੂੰ ਮਾਰਨਾ। ਭਾਵੁਕ ਪਿਤਾ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਸੁਰੱਖਿਆ ਵੀ ਵਾਪਸ ਕਰਨਾ ਚਾਹੁੰਦਾ ਹਾਂ। ਕਹਿੰਦੇ ਮੈਂ ਆਪਣੇ ਪੁੱਤ ਦੇ ਇਨਸਾਫ ਲਈ ਲੜ ਰਿਹਾ। ਮੈਂ ਉਸੇ ਰਾਹ ਤੇ ਜਾਣਾ ਚਾਹੁੰਦਾ ਕਿ ਜਿਸ ਤਰ੍ਹਾਂ ਮੇਰੇ ਪੁੱਤ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਸ ਵਕਤ ਉਹਨੂੰ ਕਿੰਨਾ ਦਰਦ ਹੋਇਆ ਹੋਊਗਾ ਤੇ ਮੈਂ ਉਸ ਦਰਦ ਨੂੰ ਮਹਿਸੂਸ ਕਰਨਾ ਚਾਹੁੰਦਾ। ਆਪਾਂ ਇਹ ਗਵਰਨਮੈਂਟ ਨੂੰ ਇਹ ਗੱਲ ਕਹਿਣਾ, ਮੇਰਾ ਪੁੱਤ ਮਰ ਗਿਆ ਗੋਲੀਆਂ ਦੇ ਨਾਲ ਔਰ ਉਸੇ ਰਾਹ ਤੇ ਮੈਂ ਜਾਣਾ ਚਾਹੂੰਗਾ। ਮੈਂ ਬੜੇ ਸ਼ੌਕ ਨਾਲ ਪਾਲਿਆ ਸੀ, ਮੈਂ ਵੀ ਵੇਖਣੀ ਚਾਹੁੰਦਾ ਕਿ ਜਦੋਂ ਉਹਦੇ ਗੋਲੀਆਂ ਵੱਜੀਆਂ ਵੀ ਕਿੰਨੀ ਕੁ ਤਕਲੀਫ ਹੁੰਦੀ ਹੈ। ਤੇ ਮੈਂ ਵੀ ਪਰਮਾਤਮਾ ਅੱਗੇ ਅਰਦਾਸ ਕਰਦਾ ਜਿਹੜੇ ਰਸਤੇ ਤੇ ਮੇਰਾ ਪੁੱਤ ਗਿਆ ਮੈਂ ਇੱਕ ਡਾਹ ਕੇ ਉਸੇ ਰਸਤੇ ਤੇ ਜਾਊਂਗਾ, ਪਰ ਮੈਂ ਜਸਟਿਸ ਲੈ ਬਿਨਾਂ ਪਿੱਛੇ ਨਹੀਂ ਹਟੂੰਗਾ। ਸਰਕਾਰੇ ਤੇਰੀਆਂ ਗਾਰਦਾਂ, ਤੇਰੀਆਂ ਸਿਕਿਉਰਟੀਆਂ, ਤੈਨੂੰ ਸਲਾਮ, ਤੇਰੀਆਂ ਸਾਰੀਆਂ ਛੱਡ ਦੂੰਗਾ। ਬਸ ਕੁਛ ਦਿਨਾਂ ਦੀ ਮੌਤ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ 5 ਮਹੀਨੇ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਇਨਸਾਫ ਨੇੜੇ ਤੇੜੇ ਨਹੀਂ ਹੈ, ਇਸ ਕਰਕੇ ਸਾਡਾ ਪੂਰੀ ਤਰ੍ਹਾਂ ਦੇ ਨਾਲ ਭਰੋਸਾ ਉੱਠਦਾ ਜਾ ਰਿਹਾ ਹੈ। ਮਾਤਾ ਨੇ ਖੁਲਾਸਾ ਕੀਤਾ ਕਿ ਉਸ ਦੇ ਪੁੱਤ ਦੀ ਸੋਚ ਬਹੁਤ ਉੱਚੀ ਸੀ। 8000 ਧਾਰਮਿਕ ਸਵਾਲਾਂ ਦੀ ਉਹ ਇੱਕ ਐਪ ਬਣਾ ਰਿਹਾ ਸੀ ਜਿਹੜੇ ਕਿ ਜਪਜੀ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਏ ਗਏ ਸਨ। ਮਾਂ ਨੇ ਦੱਸਿਆ ਕਿ ਮੇਰਾ ਪੁੱਤ ਇਸ ਐਪ ਦੇ ਰਾਹੀਂ ਚਾਹੁੰਦਾ ਸੀ ਕਿ ਆਉਣ ਵਾਲੀ ਪੀੜ੍ਹੀ ਦੇ ਮਨਾਂ ਦੇ ਵਿੱਚ ਵੀ ਸਿੱਖੀ ਦੀ ਚਿਣਗ ਲੱਗੇ। ਉਹਨੇ ਇੱਕ 8000 ਸਵਾਲਾਂ ਦੀ ਐਪ ਬਣਾਉਣੀ ਸੀ। ਸਾਡੇ ਵੀਰ ਜੀ ਦੀਪਕ ਨੇ ਉਹਦੇ ਮੈਨੂੰ ਕਹਿੰਦੇ ਤੁਸੀਂ ਲਿਜਾ ਸਕਦੇ ਹੋ, ਜਿਹਦੀ ਫੋਟੋ ਖਿੱਚ ਕੇ ਲਿਜਾ ਸਕਦੇ ਹੋ। ਉਹਦੇ ਵਿੱਚ ਉਹਨੇ ਕਿਹਾ ਸੀ ਵੀ ਗੁਰਬਾਣੀ ਦੇ ਜਿਸ ਵਿੱਚ ਇੱਕ ਸਵਾਲ ਦੇ 4 ਉੱਤਰ ਦਿੱਤੇ ਜਾਣਗੇ ਜਿਨ੍ਹਾਂ ਨਾਲ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨਾ ਸੀ। ਉਸਦੀ ਸੋਚ ਦੇਖੋ ਕਿੱਥੋਂ ਤੱਕ ਸੀ, ਸਾਨੂੰ ਪਤਾ ਵੀ ਨਹੀਂ ਸੀ ਕਿ ਉਹ ਕੀ ਕਰਨਾ ਚਾਹੁੰਦਾ ਸੀ। ਉਹਨਾਂ ਨੇ ਕਿਹਾ ਸੀ ਕਹਿੰਦਾ ਵੀ ਉਹ ਐਦਾਂ ਦੇ ਕੁਐਸਚਨ ਲਿਖੋ ਵੀ ਜਪਜੀ ਸਾਹਿਬ ਦੇ ਰਚਨਹਾਰ ਕੌਣ ਨੇ। ਉਹਨਾਂ ਦੇ ਵਿੱਚੋਂ 4 ਸੀਗੇ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ। ਰਚਨਹਾਰ ਕੌਣ ਸੀ? ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ। ਵੀ ਮਤਲਬ ਉਹਨੇ 8000 ਸਵਾਲਾਂ ਦੀ ਐਪ ਬਣਾਈ ਸੀ, ਜਦ ਕਿ ਉਹਨੂੰ ਕੋਈ ਇੰਨਾ ਜ਼ਿਆਦਾ ਵਿਚਾਰਾ ਉਹ ਗੁਰਬਾਣੀ ਨਾਲ ਜੁੜਿਆ ਨਹੀਂ ਹੋਇਆ ਸੀ, ਪਰ ਉਹ ਜੋੜਨਾ ਚਾਹੁੰਦਾ ਸੀ। ਉਧਰ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮਨੀਮਾਜਰਾ ਤੋਂ ਗ੍ਰਿਫਤਾਰ ਕੀਤੇ ਗੈਂਗਸਟਰ ਦੀ ਪਛਾਣ ਮੋਹਿਤ ਵਜੋਂ ਹੋਈ ਹੈ ਤੇ ਇਸ ਤੋਂ ਚੰਡੀਗੜ੍ਹ ਪੁਲਿਸ ਨੇ ਪਿਸਤੌਲ ਵੀ ਬਰਾਮਦ ਕੀਤਾ ਹੈ। ਚੰਡੀਗੜ੍ਹ ਪੁਲਿਸ ਦੇ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ ਗੈਂਗਸਟਰ ਮੋਹਿਤ ਨੂੰ ਮਨੀਮਾਜਰਾ ਦੇ ਸ਼ਾਸਤਰੀ ਨਗਰ ਪੁਆਇੰਟ ਤੋਂ ਕਾਬੂ ਕੀਤਾ ਹੈ ਤੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕਹਿੰਦੇ ਇਹਨੇ ਕੀਤੇ ਨੇ। ਤੇ ਜਦੋਂ ਅਜਿਹੀਆਂ ਜਾਣਕਾਰੀਆਂ ਜਾਂ ਖੁਲਾਸੇ ਹੁੰਦੇ ਨੇ ਤਾਂ ਇਹ ਵਾਰ-ਵਾਰ ਮਾਪਿਆਂ ਦੇ ਭਰੋਸੇ ਨੂੰ ਤੋੜਦੇ ਨੇ। ਉਹ ਭਰੋਸਾ ਜੋ ਮਾਪੇ ਆਪਣੇ ਪੁੱਤ
ਪੁੱਤ ਦੇ ਇਨਸਾਫ ਲਈ ਪੰਜਾਬ ਪੁਲਿਸ ਤੋਂ ਕਰਦੇ ਨੇ। ਦਰਅਸਲ ਮੂਸੇਵਾਲਾ ਕਤਲ ਕੇਸ ਦੇ ਵਿੱਚ ਮੁਲਜ਼ਮ ਗੈਂਗਸਟਰ ਦੀਪਕ ਟੀਨੂ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੇ ਦੋਸ਼ ਵਿੱਚ ਸਸਪੈਂਡ ਹੋਏ CIA ਇੰਚਾਰਜ ਪ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਵੀ ਇਸ ਗੈਂਗਸਟਰ ਦੇ ਰਾਹੀਂ ਪੁਲਿਸ ਦੇ ਹੱਥ ਲੱਗੀ ਹੈ। ਇਸ ਵੀਡੀਓ ਦੇ ਵਿੱਚ ਇਹ ਪੁਲਿਸ ਅਫਸਰ ਕਲੱਬ ਦੇ ਅੰਦਰ ਮਸਤੀ ਕਰ ਰਿਹਾ ਹੈ। ਕਲੱਬ ਦੇ ਵਿੱਚ ਗੈਂਗਸਟਰ ਮੋਹਿਤ ਅਤੇ CIA ਇੰਚਾਰਜ ਪ੍ਰਿਤਪਾਲ ਮਸਤੀ ਕਰਦੇ ਨਜ਼ਰ ਆ ਰਹੇ ਨੇ। ਪਤਾ ਲੱਗਿਆ ਕਿ ਦੀਪਕ ਟੀਨੂ ਦੇ ਕਰੀਬੀ ਗੈਂਗਸਟਰ ਮੋਹਿਤ ਵੱਲੋਂ CIA ਦੇ ਸਾਬਕਾ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਸ਼ਾਪਿੰਗ ਕਰਵਾਈ ਗਈ ਸੀ, ਮਹਿੰਗੀ ਸ਼ਾਪਿੰਗ ਕਰਵਾਈ ਗਈ ਸੀ। ਇਹ ਪ੍ਰਗਟਾਵਾ ਨਿਊਜ਼ 18 ਨੇ ਇੱਕ ਰਿਪੋਰਟ ਵਿੱਚ ਕੀਤਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਟੀਨੂ ਦੇ ਕਹਿਣ ਤੇ ਮੋਹਿਤ ਨੇ ਨਾ ਸਿਰਫ ਪ੍ਰਿਤਪਾਲ ਨੂੰ ਸ਼ਾਪਿੰਗ ਕਰਵਾਈ ਬਲਕਿ ਚੰਡੀਗੜ੍ਹ ਦੇ ਇੱਕ ਕਲੱਬ ਦੇ ਵਿੱਚ ਪਾਰਟੀ ਵੀ ਦਿੱਤੀ ਸੀ। ਸੋ ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਣਗੀਆਂ ਤਾਂ ਲੋਕਾਂ ਦਾ ਭਰੋਸਾ, ਲੋਕਾਂ ਦਾ ਵਿਸ਼ਵਾਸ ਕਿਵੇਂ ਪੁਲਿਸ ਦੇ ਵਿੱਚ ਵੱਜੂਗਾ। ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਅੰਮ੍ਰਿਤ ਦੀ ਦਾਤ ਹਾਸਲ ਕੀਤੀ। ਇਸ ਮੌਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਵੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਪਹੁੰਚੇ ਹੋਏ ਸਨ। ਪਿਛਲੇ ਮਹੀਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਅੰਮ੍ਰਿਤ ਪਾਨ ਦੀ ਦਾਤ ਲੈਣ ਦਾ ਸੱਦਾ ਦੇਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਇਸ ਦਿਨ ਦੇ ਲਈ ਯਾਨੀ ਕਿ 30 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਦੀ ਦਾਤ ਹਾਸਲ ਕਰਨ ਦਾ ਸੱਦਾ ਦਿੱਤਾ ਸੀ। ਅੰਮ੍ਰਿਤਪਾਲ ਨੇ ਕਿਹਾ ਹੋਇਆ ਹੈ ਕਿ ਹਰ ਮਹੀਨੇ ਇਸੇ ਤਰ੍ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਕਾਲ ਦਿੱਤੀ ਜਾਏਗੀ ਤਾਂ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਸਕਣ। ਇਸੇ ਦਰਮਿਆਨ ਅੰਮ੍ਰਿਤਪਾਲ ਸਿੰਘ ਨੇ ਸੰਗਤ ਅਤੇ SGPC ਨੂੰ 4 ਅਹਿਮ ਮੁੱਦਿਆਂ ਤੇ ਸੁਨੇਹੇ ਵੀ ਭੇਜੇ ਨੇ। ਹਰਿਆਣਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਚੱਲ ਰਹੀ ਸਿਆਸਤ ਦਰਮਿਆਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ SGPC ਦਾ ਆਜ਼ਾਦ ਹੋਣਾ ਜ਼ਰੂਰੀ ਹੈ। SGPC ਨੂੰ ਕੇਂਦਰ ਦੇ ਐਕਟ ਤੋਂ ਆਜ਼ਾਦ ਕਰਵਾਉਣ ਦੇ ਨਾਲ ਵੱਖ ਤੌਰ ਤੇ ਗੁਰਦੁਆਰਾ ਚੋਣ ਕਮਿਸ਼ਨ ਸਥਾਪਿਤ ਕਰਨ ਦੀ ਲੋੜ ਹੈ। ਅੰਮ੍ਰਿਤਪਾਲ ਸਿੰਘ ਨੇ ਸਾਫ਼ ਕੀਤਾ ਹੈ ਕਿ ਉਹ SGPC ਦੇ ਨਾਲ ਖੜੇ ਹੋ ਕੇ ਕੇਂਦਰ ਤੋਂ ਕਮੇਟੀ ਨੂੰ ਆਜ਼ਾਦ ਕਰਵਾਉਣ ਦੇ ਲਈ ਸੰਘਰਸ਼ 'ਚ ਪੂਰਾ ਸਾਥ ਦੇਣ ਨੂੰ ਤਿਆਰ ਨੇ, ਪਰ ਉਹ ਕਾਲੇ ਰੰਗ ਦੇ ਕੱਪੜੇ ਪਾ ਕੇ ਵਿਰੋਧ ਨਹੀਂ ਕਰਨਗੇ ਪਰ ਆਪਣਾ ਹੱਕ ਡਟ ਕੇ ਮੰਗਣਗੇ। ਜੇ ਕੋਈ ਸੰਘਰਸ਼ ਕਰਨਾ ਚਾਹੁੰਦੀ ਹੋਵੇ ਸੰਘਰਸ਼ ਕਰੇ ਵੀ ਸੈਂਟਰ ਦੇ ਅਧੀਨ ਜਾਂ ਕਾਨੂੰਨ ਦੇ ਅਧੀਨ ਸਾਡੀ ਕਮੇਟੀ ਨਹੀਂ ਚੱਲ ਸਕਦੀ। ਸਿੱਖਾਂ ਦੀ ਸੋਵਰਨ ਕਮੇਟੀ ਹੈ, ਸਿੱਖਾਂ ਦੀ ਕਮੇਟੀ ਆਪੇ ਫੈਸਲੇ ਕਰੇ, ਆਪਣਾ ਕਨਸਟੀਟਿਊਸ਼ਨ ਬਣਾਵੇ, ਆਪ ਮਤਲਬ ਆਪਣਾ ਜਿਹੜਾ ਜੱਜ ਬਿਠਾਵੇ, ਆਪ ਫੈਸਲੇ ਕਰੇ। ਤੁਸੀਂ ਉਹਨਾਂ ਦੇ ਨਾਲ ਹੀ ਹਰਿਆਣਾ ਜਾ ਕੇ ਵਿਰੋਧ ਕਰੋਗੇ ਜੇ ਜ਼ਰੂਰਤ ਪਵੇਗੀ? ਨਹੀਂ ਦੇਖੋ, ਜੇ ਤੇ ਦਿੱਲੀ ਹਕੂਮਤ ਦੇ ਖਿਲਾਫ ਕਿਤੇ ਵੀ ਕਰਨਾ ਹੈ ਵਿਰੋਧ ਦਾ ਕੋਈ ਤੌਰ ਤਰੀਕਾ ਹੋਵੇ, ਜੇ ਕੋਈ ਕਵੇ ਕਾਲੇ ਲੀੜੇ ਪਾ ਕੇ ਚੱਲ ਜਾਓ, ਮੈਂ ਨਹੀਂ ਕੰਮ ਕਰ ਸਕਦਾ। ਹਾਂ, ਇਹ ਆ ਵੀ ਜੇ ਕੋਈ ਸੰਘਰਸ਼ ਕਰਨਾ ਹੈ ਤੇ ਹੱਕਾਂ ਲਈ ਸੰਘਰਸ਼ ਕਰਨਾ ਹੈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕਰਨਾ, ਉੱਥੇ ਪਹੁੰਚਣਾ। ਦੂਸਰਾ, ਅੰਮ੍ਰਿਤਪਾਲ ਸਿੰਘ ਨੇ ਸਿੱਖਸ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਦੀ ਹਮਾਇਤ ਕਰਦਿਆਂ ਕਿਹਾ ਕਿ ਜਿਹੜਾ ਵੀ ਵਿਅਕਤੀ ਖਾਲਿਸਤਾਨ ਦੀ ਹਮਾਇਤ ਕਰਦਾ ਮੈਂ ਉਸ ਦੇ ਨਾਲ ਹਾਂ। ਅੰਮ੍ਰਿਤਪਾਲ ਸਿੰਘ ਨੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੂੰ ਵੀ ਘੇਰਿਆ ਹੈ, ਕਿਹਾ ਕਿ ਰਾਕੇਸ਼ ਟਿਕੈਤ ਪੰਜਾਬ ਖਾਸ ਕਰਕੇ ਸਿੱਖ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰਨ, ਉਹਨਾਂ ਤੇ ਇਲਜ਼ਾਮ ਲਾਉਣੇ ਬੰਦ ਕਰਨ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਨਾਲ ਹੀ ਉਹਨਾਂ ਨੇ ਵਿੱਕੀ ਥਾਮਸ ਨੂੰ ਵੀ ਸਿੱਖ ਮਸਲਿਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ। ਇੱਕ ਵਾਰੀ ਫਿਰ ਤੋਂ ਡੇਰਾ ਸਿਰਸਾ ਦੇ ਪ੍ਰਧਾਨ ਗੁਰਮੀਤ ਰਾਮ ਰਹੀਮ ਦੇ ਚੇਲਿਆਂ ਨੂੰ ਚੈਲੰਜ ਕੀਤਾ ਹੈ ਕਿ ਸੁਨਾਮ ਤਾਂ ਦੂਰ ਪੂਰੇ ਪੰਜਾਬ ਦੇ ਵਿੱਚੋਂ ਕੋਈ ਵੀ ਡੇਰਾ ਸਿਰਸਾ ਦਾ ਨਵਾਂ ਡੇਰਾ ਨਹੀਂ ਖੁੱਲ੍ਹਣ ਦੇਣਗੇ। ਦੇਖੋ, ਅਸੀਂ ਹਰ ਉਸ ਰਾਹ ਦਾ ਸਮਰਥਨ ਕਰਦੇ ਹਾਂ ਜਿਹੜਾ ਰਾਹ ਖਾਲਿਸਤਾਨ ਦੀ ਪ੍ਰਾਪਤੀ ਵੱਲ ਜਾਂਦਾ। ਨੇਸ਼ਨ ਟੈਰਰਿਸਟ ਦੀ ਹਿੰਦੁਸਤਾਨ ਦੀ ਹਕੂਮਤ ਆਪੇ ਤੈਅ ਕਰ ਲੈਂਦੀ ਹੈ। ਉਹ ਜਿਹਦਾ ਜੀ ਕਰਦਾ ਉਹ ਟੈਰਰਿਸਟ ਲਾਂ ਦਿੰਦੇ ਨੇ, ਜਿਹਦਾ ਜੀ ਕਰਦਾ ਸੱਤਵਾਦੀ ਲਾਂ ਦਿੰਦੇ ਨੇ। ਇੱਥੇ ਮੌੜ 'ਚ ਬੰਬ ਧਮਾਕਾ ਹੋਇਆ ਸੀ, ਸਭ ਤੋਂ ਵੱਡੀ ਟੈਰਰਿਸਟ ਘਟਨਾ ਸੀ ਪਿਛਲੇ 20 ਸਾਲਾਂ 10 ਸਾਲਾਂ 'ਚ। ਉਹਨਾਂ ਕਿਸੇ ਨੇ ਨਹੀਂ ਕਿਹਾ ਵੀ ਇਹ ਟੈਰਰਿਸਟਾਂ ਦਾ ਕੰਮ ਹੈ, ਡੇਰੇ ਨਾਲ ਤਾਰਾਂ ਜੁੜ ਗਈਆਂ, ਜਾਂਚ ਵੀ ਰੋਕ ਦਿੱਤੀ। ਸਿੱਖ ਕਿਤਾਬਾਂ ਰੱਖ ਲਿਓ ਵੀ ਟੈਰਰਿਸਟ ਬਣ ਜਾਂਦਾ। ਸੋ ਇਹ ਤੇ ਹਕੂਮਤ ਦੇ ਹੱਥ ਵਾਸੀ ਹੈ ਨਾ। ਐਤਵਾਰ ਨੂੰ ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਇਤਿਹਾਸਿਕ ਗੁਰਦੁਆਰਾ ਪੰਜਾ ਸਾਹਿਬ ਵਿਖੇ ਸਾਕਾ ਪੰਜਾ ਸਾਹਿਬ ਦੇ 100 ਸਾਲਾ ਸ਼ਤਾਬਦੀ ਸਮਾਗਮ ਮਨਾਏ ਗਏ। ਇਹਨਾਂ ਸਮਾਗਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਅਤੇ ਭਾਰਤ ਦੀ ਸੰਗਤ ਪਹੁੰਚੀ ਹੋਈ ਸੀ। ਹਾਲਾਂਕਿ ਭਾਰਤ ਦੀ ਸਿੱਖ ਸੰਗਤ ਨੂੰ ਜ਼ਿਆਦਾ ਗਿਣਤੀ ਦੇ ਵਿੱਚ ਵੀਜ਼ੇ ਨਹੀਂ ਦਿੱਤੇ ਗਏ, ਪਰ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਕਈ ਵੱਡੇ ਕਮੇਟੀ ਦੇ ਅਹੁਦੇਦਾਰ ਪਹੁੰਚੇ ਹੋਏ ਸਨ ਤੇ 100 ਸਾਲਾ ਸ਼ਤਾਬਦੀ ਸਮਾਗਮਾਂ ਦੇ ਮੌਕੇ ਪਾਕਿਸਤਾਨ ਦੀ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਂਝੇ ਤੌਰ ਤੇ ਵੱਡੇ ਸਮਾਗਮ ਕਰਵਾਏ ਗਏ। ਇੱਕ ਦਿਨ ਪਹਿਲਾਂ ਜਿਸ ਰੇਲਵੇ ਸਟੇਸ਼ਨ ਦੇ ਉੱਤੇ ਸਾਕਾ ਵਾਪਰਿਆ ਸੀ ਉਸ ਰੇਲਵੇ ਸਟੇਸ਼ਨ ਤੇ ਕੀਰਤਨ ਸਮਾਗਮ ਦਾ ਪ੍ਰਬੰਧ ਵੀ ਕੀਤਾ ਗਿਆ। ਭਾਰਤ ਤੋਂ ਪਹੁੰਚੀ ਸਿੱਖ ਸੰਗਤ ਦਾ ਪਾਕਿਸਤਾਨ ਦੀ ਸਿੱਖ ਸੰਗਤ ਨੇ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ। ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ, ਗੁਲਦਸਤੇ ਭੇਂਟ ਕੀਤੇ ਅਤੇ ਸਾਰੀ ਸੰਗਤ ਇੱਥੇ ਪਾਕਿਸਤਾਨ ਦੇ ਵਿੱਚ ਵੱਖ-ਵੱਖ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 2 ਨਵੰਬਰ ਨੂੰ ਵਾਪਸ ਪਰਤੇਗੀ। 30 ਅਕਤੂਬਰ 1922 ਨੂੰ ਵਾਪਰੇ ਸਾਕਾ ਪੰਜਾ ਸਾਹਿਬ ਦੇ ਪਹਿਲੇ ਸ਼ਤਾਬਦੀ ਸਮਾਗਮਾਂ ਮੌਕੇ ਸਾਕੇ ਦੇ ਸ਼ਹੀਦਾਂ ਭਾਈ ਕਰਮ
ਸਿੰਘ ਅਤੇ ਸ਼ਹੀਦ ਭਾਈ ਪ੍ਰਤਾਪ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਉਸ ਸਾਕੇ ਦੇ ਵਿੱਚ ਯੋਗਦਾਨ ਪਾਉਣ ਵਾਲੇ ਸੈਂਕੜੇ ਸਿੰਘ ਸਿੰਘੜੀਆਂ ਨੂੰ ਵੀ ਸਜਦਾ ਕੀਤਾ ਗਿਆ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕਰਵਾਏ ਗਏ ਨੇ, ਜਿਸ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਗਿਆ। ਅੰਗਰੇਜ਼ ਹਕੂਮਤ ਵੇਲੇ ਸਿੱਖ ਸੰਗਤਾਂ ਦੇ ਵੱਲੋਂ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਆਜ਼ਾਦ ਕਰਵਾਉਣ ਦੇ ਲਈ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਲਈ ਪੂਰੇ 5 ਸਾਲ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ ਸੀ ਤੇ ਉਸੇ ਲਹਿਰ ਦੇ ਤਹਿਤ ਸਾਕਾ ਪੰਜਾ ਸਾਹਿਬ ਵਾਪਰਿਆ ਸੀ। ਉਦੋਂ ਅੰਗਰੇਜ਼ਾਂ ਨੇ ਸਿੰਘਾਂ ਤੇ ਬੜੇ ਤਸ਼ੱਦਦ ਢਾਏ ਸਨ। ਗੁਰੂ ਕਾ ਬਾਗ ਮੋਰਚੇ ਸਮੇਂ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਲਿਜਾ ਰਹੀ ਰੇਲ ਗੱਡੀ ਨੂੰ ਰੋਕਣ ਦੇ ਲਈ ਇੱਥੇ ਪੰਜਾ ਸਾਹਿਬ ਵਿਖੇ ਸਿੱਖ ਸੰਗਤ ਨੇ ਰੇਲਵੇ ਟਰੈਕ ਤੇ ਮੋਰਚਾ ਲਾ ਦਿੱਤਾ ਸੀ, ਜਿਸ ਦਰਮਿਆਨ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਤੇ ਗੱਡੀ ਚੜਾ ਦਿੱਤੀ ਗਈ ਸੀ ਤੇ ਸੈਂਕੜੇ ਸਿੰਘ ਜ਼ਖਮੀ ਹੋ ਗਏ ਸਨ। 2 ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਤੇ ਬਹੁਤ ਸਾਰੀ ਸੰਗਤ ਜ਼ਖਮੀ ਹੋ ਗਈ ਸੀ। ਉਸ ਸਾਕੇ ਨੂੰ ਵਾਪਰਿਆਂ 'ਚ ਪੂਰੇ 100 ਸਾਲ ਹੋ ਚੁੱਕੇ। ਬਲਾਤਕਾਰ ਤੇ ਕਤਲ ਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਜੁੜੀ ਖਬਰ ਹੈ, ਜਿਹੜਾ ਬਲਾਤਕਾਰੀ ਤੇ ਕਾਤਲ ਹੋਣ ਦੇ ਬਾਵਜੂਦ ਤੀਜੀ ਵਾਰੀ ਪੈਰੋਲ ਦੇ ਉੱਤੇ ਬਾਹਰ ਘੁੰਮ ਰਿਹਾ ਹੈ ਤੇ ਬੜੀ ਐਸ਼ੋ ਆਰਾਮ ਦੇ ਵਿੱਚ ਰਹਿ ਰਿਹਾ ਹੈ। ਤੇ ਲੰਬੇ ਵਕਤ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਬਲਜੀਤ ਸਿੰਘ ਦਾਦੂਵਾਲ ਨੇ ਬਲਾਤਕਾਰੀ ਸੌਦਾ ਸਾਧ ਤੇ ਵੱਡਾ ਹਮਲਾ ਕੀਤਾ ਹੈ। 40 ਦਿਨਾਂ ਦੀ ਪੈਰੋਲ ਤੋਂ ਬਾਹਰ ਆਉਣ ਤੋਂ ਬਾਅਦ ਆਨਲਾਈਨ ਸਮਾਗਮ ਚਲਾ ਰਹੇ ਸਿਰਸੇ ਵਾਲੇ ਤੇ ਦਾਦੂਵਾਲ ਹੁਣ ਤੱਕ ਚੁੱਪ ਹੀ ਸਨ, ਪਰ ਹੁਣ ਉਹਨਾਂ ਨੇ ਕਾਤਲ ਸਾਧ ਤੋਂ ਮੁੰਡੇ ਦਾ ਆਸ਼ੀਰਵਾਦ ਲੈਣ ਵਾਲਿਆਂ ਨੂੰ ਖਰੀਆਂ ਸੁਣਾਉਂਦੇ ਹੋਏ ਨਸੀਹਤ ਦਿੱਤੀ ਹੈ ਕਿ ਬਲਾਤਕਾਰੀ ਰਾਮ ਰਹੀਮ ਤਾਂ ਪਹਿਲਾਂ ਹੀ ਸ਼ੱਕ ਦੇ ਘੇਰੇ ਵਿੱਚ ਹੈ। ਸੌਦਾ ਸਾਧ ਨਾ ਤਾਂ ਕੋਈ ਬਾਬਾ ਹੈ ਨਾ ਕੋਈ ਗੁਰੂ ਹੈ, ਉਹ ਤਾਂ ਸਿਰਫ ਕਾਤਲ ਹੈ, ਕੁਕਰਮੀ ਹੈ ਤੇ ਬਲਾਤਕਾਰੀ ਹੈ। ਦਾਦੂਵਾਲ ਨੇ ਬਿਨਾਂ ਨਾਮ ਲਏ ਕਿਹਾ ਕਿ ਜਿਹੜੇ ਲੋਕ ਪੁੱਤ ਦੀ ਦਾਤ ਮੰਗਣ ਲਈ ਕਾਤਲ ਸੌਦਾ ਸਾਧ ਕੋਲੇ ਜਾ ਰਹੇ ਨੇ, ਉਹ ਬੇਟੀ ਬਚਾਓ ਬੇਟੀ ਪੜਾਓ ਦੇ ਨਾਅਰੇ ਨੂੰ ਨਜ਼ਰਅੰਦਾਜ਼ ਕਰ ਰਹੇ ਨੇ। ਦਾਦੂਵਾਲ ਨੇ ਕਾਤਲ ਰਾਮ ਰਹੀਮ ਕੋਲ ਜਾਣ ਵਾਲੇ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਵੀ ਨਸੀਹਤ ਦਿੱਤੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਰਾਮ ਰਹੀਮ ਦੀ ਪੈਰੋਲ ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ, ਨਿਯਮਾਂ ਮੁਤਾਬਿਕ ਹੀ ਪੈਰੋਲ ਦਿੱਤੀ ਗਈ ਹੈ। ਦਾ ਆਸ਼ੀਰਵਾਦ ਨਾਲੇ ਪਰਮਾਤਮਾ ਦੀ ਦੇਣ ਹੈ। ਰਾਮ ਰਹੀਮ ਕੌਣ ਹੈ ਕਿਸੇ ਨੂੰ ਬੇਟੀ ਬੇਟਾ ਦੇਣ ਵਾਲਾ? ਇਹ ਤਾਂ ਵਾਹਿਗੁਰੂ ਅਕਾਲ ਪੁਰਖ ਰਾਮ ਅੱਲਾ ਖੁਦਾ ਪਰਮਾਤਮਾ ਨੇ ਕਿਸੇ ਨੂੰ ਬੇਟੀ ਦੇਣੀ ਬੇਟਾ ਦੇਣਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਰਾਮ ਰਹੀਮ ਵੱਲੋਂ ਕੀਤੀਆਂ ਜਾ ਰਹੀਆਂ, ਮੈਂ ਸਮਝਦਾ ਕਿ ਬਿਲਕੁਲ ਸਮਾਜ ਵਿਰੋਧੀ ਗੱਲਾਂ ਨੇ। ਤਾਂ ਹੀ ਉਹਨਾਂ ਦੀ ਪੈਰੋਲ ਤੇ ਸ਼ੰਕੇ ਖੜੇ ਹੋਇਆ ਸੀ ਤਾਂ ਪਹਿਲਾਂ ਹੀ ਇਤਰਾਜ਼ ਕੀਤਾ ਸੀ ਤੇ ਹੁਣ ਦਿੱਲੀ ਦੀ ਮਹਿਲਾ ਕਮਿਸ਼ਨ ਦੇ ਜਿਹੜੇ ਹੈ ਚੇਅਰਮੈਨ, ਉਹਨਾਂ ਨੇ ਵੀ ਸ਼ਾਇਦ ਜਿਹੜਾ ਹੈਗਾ ਇਹਦੇ ਤੇ ਇਤਰਾਜ਼ ਕੀਤਾ ਤੇ ਬਹੁਤ ਸਾਰਾ ਇਤਰਾਜ਼ ਇਹਦੇ ਤੇ ਉੱਠਿਆ ਕਿ ਰਾਮ ਰਹੀਮ ਦੀ ਪੈਰੋਲ ਰੱਦ ਕਰਕੇ ਉਹਨੂੰ ਵਾਪਸ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਾ ਚਾਹੀਦਾ। ਨਾ ਤਾਂ ਕੋਈ ਬਾਬਾ ਹੈ ਨਾ ਕੋਈ ਗੁਰੂ ਹੈ, ਉਹ ਤਾਂ ਇੱਕ ਕਾਤਲ ਹੈ ਤੇ ਕੁਕਰਮੀ ਹੈ, ਬਲਾਤਕਾਰੀ ਹੈ। ਉਹ ਵੀ ਆਪਣੇ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਦਾ ਤੇ ਪੈਰੋਕਾਰਾਂ ਨੂੰ ਕਤਲ ਕਰਨ ਦਾ। ਤੇ ਇਹ ਅਸੀਂ ਨਹੀਂ ਕਹਿੰਦੇ, ਇਹ ਮਾਨਯੋਗ CBI ਦੀ ਕੋਰਟ ਕਹਿੰਦੀ ਹੈ, ਕਿਉਂਕਿ ਇਹ ਕੋਈ ਇਲਜ਼ਾਮ ਨਹੀਂ ਹੈ, ਇਹ ਕੋਰਟ ਨੇ ਸਜ਼ਾ ਦਿੱਤੀ ਹੈ। ਜਾਂ ਤਾਂ ਤੁਸੀਂ ਨਿਆਂਪਾਲਕਾਂ ਨੂੰ ਨਹੀਂ ਮੰਨਦੇ, ਅਦਾਲਤ ਨੂੰ ਨਹੀਂ ਮੰਨਦੇ, ਜਾਂ ਤੁਸੀਂ ਦੇਖੋ ਜਿਹੜੇ ਸਾਡੇ ਹਜ਼ਾਰਾਂ ਲੋਕ ਅਜੇ ਵੀ ਗੁੰਮਰਾਹ ਹੋਏ ਭੈਣ ਭਰਾ ਆ। ਸਰਸੇ ਵਾਲੇ ਨੂੰ ਮਿਲੀ 40 ਸਾਲ ਦੀ ਪੈਰੋਲ ਨੂੰ ਸ਼ੁਰੂ ਤੋਂ ਹੀ ਹਰਿਆਣਾ ਦੀਆਂ ਪੰਚਾਇਤੀ ਚੋਣਾਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਤੇ ਸ਼ੱਕ ਸਹੀ ਵੀ ਸਾਬਿਤ ਹੋ ਰਿਹਾ ਹੈ। ਕਾਤਲ ਰਾਮ ਰਹੀਮ ਜਦੋਂ ਤੋਂ ਬਾਹਰ ਆ ਕੇ ਆਨਲਾਈਨ ਸਮਾਗਮ ਕਰ ਰਿਹਾ, ਉਸੇ ਦਿਨ ਤੋਂ ਸਿਆਸੀ ਪਾਰਟੀਆਂ ਦੇ ਲੀਡਰ ਉਸ ਤੋਂ ਵੋਟਾਂ ਦਾ ਆਸ਼ੀਰਵਾਦ ਮੰਗ ਰਹੇ ਨੇ ਤੇ ਬਲਾਤਕਾਰੀ ਬਾਬਾ ਵੀ ਖੁੱਲ੍ਹੇਆਮ ਸਿਆਸੀ ਲੀਡਰਾਂ ਨੂੰ ਆਪਣੀ ਹਮਾਇਤ ਦੇ ਰਿਹਾ ਹੈ। ਕਰਨਾਲ ਦੇ ਮੇਅਰ ਤੋਂ ਲੈ ਕੇ ਹਿਮਾਚਲ ਸਰਕਾਰ ਦੇ ਕੈਬਨਿਟ ਮੰਤਰੀ ਇਸ ਤੋਂ ਆਸ਼ੀਰਵਾਦ ਲੈਣ ਦੇ ਲਈ ਪਹੁੰਚ ਰਹੇ ਨੇ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸਿਆਸੀ ਪਾਰਟੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਬਲਾਤਕਾਰੀ ਬਾਬੇ ਨੂੰ ਪ੍ਰਮੋਟ ਨਾ ਕਰਨ, ਜਿਹੜੇ ਲੀਡਰ ਉੱਥੇ ਜਾ ਰਹੇ ਨੇ ਉਹਨਾਂ ਤੇ ਲਗਾਮ ਕੱਸਣ। ਹਜ਼ਾਰਾਂ ਲੋਕ ਅਜੇ ਵੀ ਗੁੰਮਰਾਹ ਹੋਏ ਭੈਣ ਭਰਾ ਆ, ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਰਾਮ ਰਹੀਮ ਦਾ ਖਹਿੜਾ ਛੱਡ ਕੇ ਆਪਣੇ ਮੂਲ ਧਰਮਾਂ 'ਚ ਆਓ। ਜਿਹੜੇ ਸਿਆਸੀ ਪਾਰਟੀਆਂ ਦੇ ਬੰਦੇ ਕੋਈ ਜਾ ਰਹੇ, ਉਹਨਾਂ ਨੂੰ ਪਾਰਟੀਆਂ ਨੂੰ ਚਾਹੀਦਾ ਕਿ ਉਹਨਾਂ ਵੱਲ ਦੇਖਣ ਕਿ ਜਿਹੜੇ ਬੰਦੇ ਜਾ ਕੇ ਕੀ ਉੱਥੇ ਜਾ ਕੇ ਕਤਲਾਂ ਨੂੰ ਪ੍ਰਮੋਟ ਕਰ ਰਹੇ ਨੇ, ਬਲਾਤਕਾਰਾਂ ਨੂੰ ਪ੍ਰਮੋਟ ਕਰ ਰਹੇ ਨੇ। ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਰਾਮ ਰਹੀਮ ਨੂੰ ਸਮਾਗਮ ਕਰਨ ਦੀ ਆਜ਼ਾਦੀ ਦੇਣ ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸੌਦਾ ਸਾਧ ਦੇ ਭਗਤ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ। ਉਹਨਾਂ ਨੇ ਸਕਰੀਨਸ਼ਾਟ ਵੀ ਸਾਂਝੇ ਕੀਤੇ ਨੇ, ਪਰ ਸਵਾਤੀ ਮਾਲੀਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਡਰਨ ਵਾਲੀ ਨਹੀਂ ਹੈ। ਬਦਲੇ ਵਿੱਚ ਸਵਾਤੀ ਮਾਲੀਵਾਲ ਨੇ ਧਮਕਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਹਿੰਮਤ ਹੈ ਤਾਂ ਸਾਹਮਣੇ ਆ ਕੇ ਮੈਨੂੰ ਗੋਲੀ ਮਾਰੋ। ਸਵਾਤੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਪੈਰੋਲ ਨਿਯਮਾਂ ਦੇ ਵਿੱਚ ਬਦਲਾਅ ਦੀ ਮੰਗ ਵੀ ਕੀਤੀ ਸੀ। ਉਧਰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਵੱਲੋਂ ਸੌਦਾ ਸਾਧ ਦੇ ਇੱਕ ਡੇਰੇ ਵਿੱਚ ਪਹੁੰਚਣ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਖਤ ਇਤਰਾਜ਼ ਜਤਾਇਆ ਹੈ। ਖਹਿਰਾ ਨੇ ਫੌਜਾ ਸਿੰਘ ਸਰਾਰੀ ਦੀ ਡੇਰਾ ਸਿਰਸਾ ਮੁਖੀ ਦੇ ਗੁਰੂ ਹਰਸਹਾਏ ਸਥਿਤ ਡੇਰੇ ਦੇ ਵਿੱਚੋਂ ਆਸ਼ੀਰਵਾਦ ਲੈਣ ਦੀ ਫੋਟੋ ਸਾਂਝੀ ਕੀਤੀ ਹੈ। ਖਹਿਰਾ ਨੇ ਲਿਖਿਆ ਕਿ ਤੁਹਾਨੂੰ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਬੇਅਦਬੀ ਤੇ ਬਾਈਬਲ ਕਲਾਂ ਦਾ ਇਨਸਾਫ ਦੇਵੇਗੀ, ਜਦੋਂ ਉਸਦੇ ਆਪਣੇ ਦਾਗੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਡੇਰਾ ਪ੍ਰੇਮੀਆਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬਦਲਾਅ ਦੇ ਵਾਅਦੇ ਵਾਂਗ
ਵਾਂਗ ਇਨਸਾਫ ਦੇਣ ਦਾ ਭਰੋਸਾ ਵੀ ਫਰਜ਼ੀ ਹੈ। ਹਾਲਾਂਕਿ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਸੀ ਕਿ ਉਹ ਨਾ ਤਾਂ ਗੁਰਮੀਤ ਰਾਮ ਰਹੀਮ ਨੂੰ ਬਾਬਾ ਮੰਨਦੇ ਨੇ, ਨਾ ਹੀ ਉਹ ਬਾਬਾ ਹੈ ਤੇ ਨਾ ਹੀ ਉਹਦਾ ਕੋਈ ਪੰਜਾਬ ਦੇ ਵਿੱਚ ਕੋਈ ਹੋਰ ਡੇਰਾ ਖੁੱਲੂਗਾ। ਦੂਸਰੇ ਪਾਸੇ ਫੌਜਾ ਸਿੰਘ ਸਰਾਰੀ ਉਸ ਦੇ ਡੇਰੇ ਵਿੱਚ ਜਾ ਕੇ ਸਨਮਾਨ ਹਾਸਲ ਕਰ ਰਹੇ ਨੇ ਤਾਂ ਇੱਥੇ ਸਰਕਾਰ ਦਾ ਦੋਗਲਾ ਚਿਹਰਾ ਦਿਖਾਈ ਦੇ ਰਿਹਾ ਹੈ ਲੋਕਾਂ ਨੂੰ। ਉਧਰ ਬਠਿੰਡਾ ਦੇ ਵਿੱਚ ਸਲਾਬਤਪੁਰਾ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਇਹਨਾਂ ਦਾ ਡੇਰਾ ਹੈ, ਉੱਥੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਸਤਸੰਗ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਡੀ ਗਿਣਤੀ ਕਾਰਕੁਨ ਪਹੁੰਚੇ। ਇੱਥੇ ਉਹਨਾਂ ਡੇਰੇ ਵਿੱਚ ਜਾ ਰਹੀ ਬੱਸ ਦੇ ਮੂਹਰੇ ਲੇਟ ਕੇ ਵਿਰੋਧ ਕੀਤਾ। ਪਿੰਡ ਜਲਾਲ ਦੇ ਬੱਸ ਸਟੈਂਡ ਨੇੜੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਡੇਰਾ ਪ੍ਰੇਮੀਆਂ ਦੀਆਂ ਬੱਸਾਂ ਨੂੰ ਵੀ ਰੋਕਿਆ ਗਿਆ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਰਸੇ ਵਾਲੇ ਸਾਧ ਦੀ ਇੱਥੇ ਲਾਈਵ ਸਤਸੰਗ ਹੋ ਰਹੀ ਹੈ ਤੇ ਗੰਭੀਰ ਦੋਸ਼ਾਂ ਤਹਿਤ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ। ਸਾਡੇ ਬੰਦੀ ਸਿੰਘਾਂ ਨੂੰ ਅੱਜ ਤੱਕ ਨਹੀਂ ਰਿਹਾ ਕੀਤਾ ਗਿਆ ਤੇ ਇਸ ਨੂੰ ਤੀਜੀ ਵਾਰੀ ਪੈਰੋਲ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਸਾਡੀ ਇੱਕੋ ਇੱਕ ਮੰਗ ਹੈ, ਰਾਮ ਰਹੀਮ ਨੂੰ ਜੇਲ੍ਹ ਵਿੱਚ ਡੱਕਿਆ ਜਾਵੇ। ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਉਹਨਾਂ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਕੱਤਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਕਿਹਾ ਹੈ ਕਿ ਜਿਹੜਾ ਜਾਮ ਲਾਇਆ ਗਿਆ ਸੀ ਉਹਦੇ ਵਿੱਚ ਕਿਸੇ ਹੋਰ ਨੂੰ ਨਹੀਂ ਰੋਕਿਆ ਗਿਆ। ਟ੍ਰੈਫਿਕ ਸਾਰਾ ਚੱਲਦਾ ਰਿਹਾ, ਸਿਰਫ ਇਹਨਾਂ ਨੂੰ ਰੋਕਿਆ ਗਿਆ ਹੈ। ਨਾ ਹੀ ਕੋਈ ਐਂਬੂਲੈਂਸ ਰੋਕੀ ਗਈ, ਨਾ ਹੀ ਕੋਈ ਬੱਸ ਰੋਕੀ ਗਈ। ਪੰਜਾਬ ਦੇ ਸੀਨੀਅਰ ਕਾਂਗਰਸੀ ਲੀਡਰ ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਸੂਬੇ ਦੀ ਡਿੱਗ ਰਹੀ ਆਰਥਿਕਤਾ ਤੇ ਵਿਗੜ ਰਹੀ ਵਿੱਤੀ ਸਿਹਤ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਕੈਗ ਦੇ ਵੱਲੋਂ ਪੰਜਾਬ ਦੀ ਵਿੱਤੀ ਸਿਹਤ ਬਾਰੇ ਕੀਤੇ ਗਏ ਖੁਲਾਸੇ ਸੱਚਮੁੱਚ ਹੈਰਾਨ ਕਰਨ ਵਾਲੇ ਨੇ ਤੇ ਡੂੰਘੀ ਚਿੰਤਾ ਵਾਲੇ ਨੇ। ਬਾਜਵਾ ਨੇ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਦਾਅਵੇ ਕਰ ਰਹੇ ਨੇ ਕਿ ਜੋ ਦੀ ਸਾਡੀ ਸਰਕਾਰ ਬਣੀ ਹੈ ਸੂਬੇ ਦੀ ਆਰਥਿਕਤਾ ਦੇ ਵਿੱਚ ਸੁਧਾਰ ਹੋਇਆ, ਪਰ ਕਹਿੰਦੇ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਕੈਗ ਨੇ ਸੂਬਾ ਸਰਕਾਰ ਨੂੰ ਬੇਨਕਾਬ ਕੀਤਾ ਹੈ। ਕੈਗ ਦੀ ਰਿਪੋਰਟ ਦੇ ਮੁਤਾਬਿਕ ਪਿਛਲੇ 6 ਮਹੀਨਿਆਂ ਦੇ ਵਿੱਚ 8,703 ਕਰੋੜ 32 ਲੱਖ ਰੁਪਏ ਦਾ ਮਾਲੀਆ ਘਾਟਾ ਦਿਖਾਈ ਦੇ ਰਿਹਾ ਹੈ ਤੇ ਸਰਕਾਰ 50% ਕਰਜ਼ੇ ਦੀ ਰਕਮ ਲੈ ਕੇ ਉਧਾਰ ਪੈਸਾ ਲੈ ਕੇ ਕੰਮ ਚਲਾ ਰਹੀ ਹੈ ਤੇ ਜਦੋਂ ਦੀ ਸਰਕਾਰ ਬਣੀ ਹੈ ਹੁਣ ਤੱਕ 11,464 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਪਿਛਲੇ ਦਿਨੀ SGPC ਦੇ ਪ੍ਰਧਾਨ ਲਿਫਾਫੇ ਦੇ ਵਿੱਚੋਂ ਨਿਕਲੇ ਜਾਣ ਦਾ ਜਿਹੜਾ ਬਿਆਨ ਦਿੱਤਾ ਸੀ ਉਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਬੀਬੀ ਜਗੀਰ ਕੌਰ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਹੈ ਤੇ ਬੀਬੀ ਜਗੀਰ ਕੌਰ ਦੱਸਣ ਕਿ ਜਦੋਂ ਪਿਛਲੇ ਸਮੇਂ 'ਚ ਪ੍ਰਧਾਨ ਰਹੇ ਤਾਂ ਕੀ ਉਹਨਾਂ ਨੇ ਪ੍ਰਧਾਨਗੀ ਲੈਣ ਲਈ ਲਿਫਾਫਾ ਪ੍ਰਥਾ ਦਾ ਸਹਾਰਾ ਲਿਆ ਸੀ। ਬੀਬੀ ਜਗੀਰ ਕੌਰ ਦੱਸੇ ਕਿ ਕਿਸ ਦੇ ਇਸ਼ਾਰਿਆਂ ਤੇ ਅਜਿਹੇ ਬਿਆਨ ਦੇ ਰਹੀ ਹੈ। ਮਜੀਠੀਆ ਨੇ ਦਾਅਵਾ ਕੀਤਾ ਕਿ 9 ਨਵੰਬਰ ਨੂੰ ਜਿਹੜੀ SGPC ਦੇ ਨਵੇਂ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਉਹ SGPC ਦੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਹੀ ਹੋਏਗੀ ਤੇ 9 ਤਰੀਕ ਨੂੰ ਸਾਰਾ ਕੁਝ ਸਪਸ਼ਟ ਹੋ ਜਾਏਗਾ। ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ ਜਦੋਂ NGT ਨੇ ਅੰਕੜੇ ਪੇਸ਼ ਕੀਤੇ ਨੇ ਕਿ ਐਤਕੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਸਾਰੇ ਰਿਕਾਰਡ ਟੁੱਟ ਗਏ ਨੇ, ਜਦਕਿ ਹਰਿਆਣੇ ਤੋਂ ਚੰਗੀ ਖਬਰ ਹੈ ਜਿੱਥੇ ਪਹਿਲਾਂ ਨਾਲੋਂ 25% ਘੱਟ ਪਰਾਲੀ ਸਾੜੀ ਗਈ ਹੈ, ਜਦਕਿ ਪੰਜਾਬ ਦੇ ਵਿੱਚ ਪਿਛਲੇ 5 ਦਿਨਾਂ ਦੇ ਅੰਦਰ 70% ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ। ਸੈਟੇਲਾਈਟ ਦੀਆਂ ਤਸਵੀਰਾਂ ਦੇ ਮੁਤਾਬਿਕ ਸੂਬੇ ਦੇ ਵਿੱਚ 7100 ਤੋਂ ਵੱਧ ਥਾਵਾਂ ਤੇ ਪਰਾਲੀ ਸਾੜੀ ਗਈ ਹੈ। 15 ਸਤੰਬਰ ਤੋਂ 28 ਅਕਤੂਬਰ ਤੱਕ ਪੂਰੇ ਪੰਜਾਬ ਦੇ ਵਿੱਚ 10,214 ਥਾਵਾਂ ਤੇ ਪਰਾਲੀ ਸੜੀ, ਜਿਸ ਨਾਲ ਪ੍ਰਦੂਸ਼ਣ ਦੇ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਅਚਾਨਕ ਵਾਧਾ ਹੋਣ ਕਰਕੇ ਪੰਜਾਬ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਤੇ ਹੁਣ ਆਪ ਸਰਕਾਰ ਮਾਨ ਸਰਕਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਸਖਤ ਹੋ ਗਈ ਹੈ। ਇਸੇ ਦਰਮਿਆਨ ਮਾਮਲਿਆਂ ਦੇ ਵਿੱਚ ਢਿੱਲ ਵਰਤਣ ਨੂੰ ਲੈ ਕੇ 4 ਖੇਤੀਬਾੜੀ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਅਧਿਕਾਰੀ ਸੰਗਰੂਰ, ਪੱਟੀ, ਸਮਾਣਾ ਤੇ ਚੋਲਾ ਸਾਹਿਬ ਦੇ ਨੇ। ਪੰਜਾਬ ਦੇ ਵਿੱਚ ਡੇਂਗੂ ਦਾ ਕਹਿਰ ਵੀ ਵੱਧ ਰਿਹਾ ਹੈ। ਸਰਕਾਰ ਚੌਕਸ ਹੋ ਗਈ ਹੈ। ਜਿਸ ਸਾਲ ਪਹਿਲਾਂ ਨਾਲੋਂ ਕੇਸ ਘੱਟ ਸਾਹਮਣੇ ਆਏ ਨੇ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਨੇ ਸਾਰੇ ਸਿਵਲ ਸਰਜਨਾਂ ਨੂੰ ਡੇਂਗੂ ਦੀ ਰੋਕਥਾਮ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਿਲ ਕੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਸਿਹਤ ਮੰਤਰੀ ਜੌੜੇ ਮਾਜਰਾ ਅਚਾਨਕ ਪਟਿਆਲਾ ਦੇ ਰਜਿੰਦਰਾ ਹਸਪਤਾਲ ਵੀ ਪਹੁੰਚੇ। ਸਿਹਤ ਮੰਤਰੀ ਦੀ ਅਚਾਨਕ ਫੇਰੀ ਨੂੰ ਦੇਖ ਕੇ ਮੁਲਾਜ਼ਮ ਇੱਕਦਮ ਹੈਰਾਨ ਰਹਿ ਗਏ ਤੇ ਫਟਾਫਟ ਆਪਣੇ ਕੰਮ ਕਰਦੇ ਨਜ਼ਰ ਆਏ। ਇਸ ਮੌਕੇ ਸਿਹਤ ਮੰਤਰੀ ਨੇ ਹਾਜ਼ਰੀ ਰਜਿਸਟਰ ਵੀ ਚੈੱਕ ਕੀਤਾ। ਐਤਵਾਰ ਨੂੰ ਹਰਿਆਣਾ ਦੇ ਵਿੱਚ ਪੰਚਾਇਤੀ ਚੋਣਾਂ ਦੇ ਪਹਿਲੇ ਪੜਾਅ ਦੀ VOTING ਸ਼ੁਰੂ ਹੋ ਚੁੱਕੀ ਹੈ। ਪੰਚਾਇਤੀ ਚੋਣਾਂ ਦੇ ਪਹਿਲੇ ਪੜਾਅ ਦੇ ਵਿੱਚ 9 ਜ਼ਿਲ੍ਹਿਆਂ ਦੀਆਂ 1278 ਪੰਚਾਇਤ ਸਮਿਤੀਆਂ ਅਤੇ 175 ਜ਼ਿਲ੍ਹਾ ਪ੍ਰੀਸ਼ਦਾਂ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪਈਆਂ। ਸ਼ੁਰੂਆਤ ਦੇ ਵਿੱਚ ਤਾਂ VOTING ਮੱਠੀ ਦਰਜ ਕੀਤੀ ਗਈ। ਸਵੇਰੇ 10 ਵਜੇ ਤੱਕ 10% VOTING ਹੀ ਹੋ ਸਕੀ, ਪਰ ਦੁਪਹਿਰ ਤੱਕ ਵੋਟਰਾਂ ਦਾ ਰੁਝਾਨ ਥੋੜਾ ਮਗਣਾ ਸ਼ੁਰੂ ਹੋ ਗਿਆ ਸੀ। ਹਰਿਆਣਾ ਦੇ 22 ਜ਼ਿਲ੍ਹਿਆਂ ਦੇ ਵਿੱਚੋਂ 9 ਜ਼ਿਲ੍ਹਿਆਂ ਭਿਵਾਨੀ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂੰ, ਪੰਚਕੂਲਾ, ਪਾਣੀਪਤ ਤੇ ਯਮੁਨਾ ਨਗਰ ਦੇ ਵਿੱਚ ਵੋਟਾਂ ਪੈ ਰਹੀਆਂ ਨੇ। ਇੱਥੇ 49,67,062 ਵੋਟਰ ਆਪਣੀ ਵੋਟ ਦੀ ਵਰਤੋਂ 6,019
19 ਪੋਲਿੰਗ ਬੂਥਾਂ ਤੇ ਕਰ ਰਹੇ ਨੇ। VOTING ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ 6 ਵਜੇ ਤੱਕ ਲਗਾਤਾਰ ਜਾਰੀ ਰਹੀ। ਇਸ ਦਰਮਿਆਨ ਨੂੰ ਜ਼ਿਲ੍ਹੇ ਦੇ ਅਡਵਰ ਪਿੰਡ ਦੇ ਵਿੱਚ ਬਲਾਕ ਸਮਿਤੀ ਦੇ ਬੂਥ ਨੰਬਰ 64 ਤੇ ਮਸ਼ੀਨ ਨੰਬਰ 16 ਖਰਾਬ ਹੋ ਗਈ, ਜਿਸ ਕਰਕੇ VOTING ਕਾਫੀ ਚਿਰ ਰੁਕੀ ਰਹੀ ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਕਾਂਗਰਸ ਦੀ ਭਾਰਤ ਜੋੜੋ ਯਾਤਰਾ ਲਗਾਤਾਰ ਚੱਲ ਰਹੀ ਹੈ। ਯਾਤਰਾ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਐਤਵਾਰ ਨੂੰ ਪਦ ਯਾਤਰਾ ਦੌਰਾਨ ਕੁਝ ਸਕੂਲੀ ਵਿਦਿਆਰਥੀਆਂ ਦੇ ਨਾਲ ਅਚਾਨਕ ਦੌੜਨ ਲੱਗੇ। ਰਾਹੁਲ ਦੇ ਅਚਾਨਕ ਭੱਜਣ ਕਾਰਨ ਉਹਨਾਂ ਦੇ ਸੁਰੱਖਿਆ ਕਰਮੀਆਂ ਨੂੰ ਭਾਜਣਾ ਪੈ ਗਈਆਂ। ਸੁਰੱਖਿਆ ਕਰਮਚਾਰੀਆਂ ਸਮੇਤ ਤੇਲੰਗਾਨਾ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈਡੀ ਅਤੇ ਹੋਰ ਲੋਕ ਵੀ ਨਾਲ ਭੱਜਣ ਲੱਗੇ। ਇਸ ਯਾਤਰਾ ਦਰਮਿਆਨ ਰਾਹੁਲ ਗਾਂਧੀ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਹੁਲ ਗਾਂਧੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦੀ ਪੈਦਲ ਯਾਤਰਾ ਲਗਾਤਾਰ ਕਰ ਰਹੇ ਨੇ। ਇਸ ਦੌਰਾਨ ਕਾਂਗਰਸ ਦੇ ਵੱਲੋਂ ਖੁਦ ਹੀ ਆਪਣੇ ਸੋਸ਼ਲ ਮੀਡੀਆ ਪੇਜ ਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਕਾਂਗਰਸ ਨੇ ਹੀ ਇੱਕ ਤਸਵੀਰ ਸ਼ਨੀਚਰਵਾਰ ਯਾਨੀ ਕਿ ਲੰਘੀ 29 ਅਕਤੂਬਰ ਨੂੰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਇਸ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਇੱਕ ਔਰਤ ਦਾ ਹੱਥ ਫੜ ਕੇ ਚੱਲਦੇ ਦਿਖਾਈ ਦੇ ਰਹੇ ਨੇ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੀਜੇਪੀ ਦੀ ਸਮਰਥਕ ਅਤੇ ਟਵਿੱਟਰ ਤੇ ਖੁਦ ਨੂੰ ਭਾਜਪਾ ਕਾਰਕੁਨ ਦੱਸਣ ਵਾਲੀ ਪ੍ਰੀਤੀ ਗਾਂਧੀ ਨੇ ਅਜਿਹੀ ਟਿੱਪਣੀ ਕੀਤੀ ਕਿ ਪ੍ਰੀਤੀ ਖੁਦ ਹੀ ਵਿਵਾਦਾਂ ਦੇ ਵਿੱਚ ਘਿਰ ਗਈ। ਪ੍ਰੀਤੀ ਗਾਂਧੀ ਨੇ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਮਜ਼ਾਕ ਉਡਾਇਆ ਕਿ ਆਪਣੇ ਪੜਨਾਨਾ ਦੇ ਕਦਮਾਂ ਤੇ ਚੱਲਦੇ ਹੋਏ। ਪ੍ਰੀਤੀ ਗਾਂਧੀ ਦੇ ਟਵੀਟ ਨੂੰ ਹਜ਼ਾਰਾਂ ਵਾਰੀ ਰੀਟਵੀਟ ਤੇ ਸਾਂਝਾ ਕੀਤਾ ਜਾ ਚੁੱਕਿਆ ਹੈ। ਇਸ ਟਵੀਟ ਤੇ ਹਜ਼ਾਰਾਂ ਲੋਕਾਂ ਦੀਆਂ ਟਿੱਪਣੀਆਂ ਵੀ ਆ ਚੁੱਕੀਆਂ ਨੇ। ਵੱਡੀ ਗਿਣਤੀ ਵਿੱਚ ਲੋਕ ਪ੍ਰੀਤੀ ਗਾਂਧੀ ਦੀ ਟਿੱਪਣੀ ਤੇ ਇਤਰਾਜ਼ ਜਤਾ ਰਹੇ ਨੇ। ਇਸ ਦੇ ਨਾਲ ਹੀ ਕਾਂਗਰਸ ਸਮਰਥਕ ਅਤੇ ਆਮ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਔਰਤਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਰਿਪਲਾਈ ਵੀ ਕਰ ਰਹੇ ਨੇ। ਯਾਨੀ ਕਿ ਸੋਸ਼ਲ ਮੀਡੀਆ ਤੇ ਦੋਵਾਂ ਧਿਰਾਂ ਦੇ ਸਮਰਥਕਾਂ ਦੇ ਵਿਚਾਲੇ ਜੰਗ ਛਿੜੀ ਹੋਈ ਹੈ। ਦਰਅਸਲ ਰਾਹੁਲ ਗਾਂਧੀ ਦੇ ਨਾਲ ਤਸਵੀਰ ਦੇ ਵਿੱਚ ਦਿਖਾਈ ਦੇ ਰਹੀ ਔਰਤ ਅਭਿਨੇਤਰੀ ਅਤੇ ਸਮਾਜਿਕ ਕਾਰਕੁਨ ਪੂਨਮ ਕੌਰ ਹੈ। ਪੂਨਮ ਕੌਰ ਨੇ ਖੁਦ ਪ੍ਰੀਤੀ ਗਾਂਧੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸਾਰੀ ਘਟਨਾ ਬਾਰੇ ਦੱਸਿਆ ਹੈ। ਪੂਨਮ ਨੇ ਲਿਖਿਆ ਹੈ ਕਿ ਬੇਹੱਦ ਅਪਮਾਨਜਨਕ ਹੈ। ਤੁਹਾਨੂੰ ਨਹੀਂ ਯਾਦ ਕਿ ਪ੍ਰਧਾਨ ਮੰਤਰੀ ਨਾਰੀ ਸ਼ਕਤੀ ਦੀ ਗੱਲ ਕਰਦੇ ਨੇ ਤੇ ਤੁਸੀਂ ਉਹਨਾਂ ਦੇ ਪੈਰੋਕਾਰ ਹੋ। ਮੈਂ ਤਿਲਕ ਗਈ ਸੀ, ਡਿੱਗਣ ਵਾਲੀ ਸੀ ਕਿ ਰਾਹੁਲ ਸਰ ਨੇ ਮੇਰਾ ਹੱਥ ਫੜ ਲਿਆ। ਤੇਲੰਗਾਨਾ ਕਾਂਗਰਸ ਨੇ ਵੀ ਇਸ ਤਸਵੀਰ ਨੂੰ ਟਵੀਟ ਕਰਦਿਆਂ ਲਿਖਿਆ ਹੈ, ਕੋਈ ਵੀ ਆ ਕੇ ਇਸ ਯਾਤਰਾ ਵਿੱਚ ਹਿੱਸਾ ਲੈ ਸਕਦਾ ਹੈ। ਸਾਡਾ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹੈ, ਮਜ਼ਬੂਤ ਅਤੇ ਵਧੀਆ ਭਾਰਤ ਬਣਾਉਣਾ ਤੇ ਸੰਵਾਦ ਜਾਰੀ ਕਰਨਾ। ਉਸ ਤੋਂ ਬਾਅਦ ਤੇਲੰਗਾਨਾ ਕਾਂਗਰਸ ਦੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪੂਨਮ ਕੌਰ ਫਿਰ ਲਿਖਦੀ ਹੈ, ਰਾਹੁਲ ਗਾਂਧੀ ਦੀ ਪਰਵਾਹ, ਸਨਮਾਨ ਤੇ ਔਰਤਾਂ ਬਾਰੇ ਰਵੱਈਆ ਇੱਕ ਅਜਿਹੀ ਚੀਜ਼ ਹੈ ਜਿਸ ਨੇ ਮੇਰਾ ਦਿਲ ਛੂ ਲਿਆ। ਹੱਥ ਖੱਡੀ ਕਾਰੀਗਰਾਂ ਦੇ ਮੁੱਦੇ ਸੁਣਨ ਲਈ ਰਾਹੁਲ ਜੀ ਦਾ ਧੰਨਵਾਦ। ਹੱਥ ਖੱਡੀ ਕਾਰੀਗਰਾਂ ਦੀ ਟੀਮ ਨਾਲ ਮੈਂ ਵੀ ਧੰਨਵਾਦ ਕਰਦੀ ਹਾਂ। ਦਰਅਸਲ ਪੂਨਮ ਕੌਰ ਹੱਥ ਖੱਡੀ ਉਦਯੋਗ ਦੇ ਨਾਲ ਜੁੜੇ ਲੋਕਾਂ ਦੇ ਹੈਂਡਕ੍ਰਾਫਟ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲਿਖਦੀ ਰਹਿੰਦੀ ਹੈ। ਪੂਨਮ ਹੈਦਰਾਬਾਦ ਦੀ ਰਹਿਣ ਵਾਲੀ ਹੈ। ਉਸ ਦਾ ਜਨਮ ਤੇ ਮੁੱਢਲੀ ਪੜ੍ਹਾਈ ਹੈਦਰਾਬਾਦ ਦੇ ਵਿੱਚ ਹੀ ਹੋਈ ਹੈ। ਪੂਨਮ ਨੇ ਦਿੱਲੀ ਦੇ NIFT ਤੋਂ ਪੜ੍ਹਾਈ ਕੀਤੀ ਹੈ ਤੇ ਕਈ ਫਿਲਮਾਂ ਵੀ ਕਰ ਚੁੱਕੀ ਹੈ। 2006 ਤੋਂ ਪੂਨਮ ਤੇਲਗੂ ਅਤੇ ਤਾਮਿਲ ਫਿਲਮਾਂ ਦੇ ਵਿੱਚ ਸਰਗਰਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਨ ਕੀ ਬਾਤ ਕੀਤੀ ਅਤੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਮਨਾਇਆ ਜਾਵੇਗਾ। ਮੋਦੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਮਨੁੱਖਤਾ ਦੇ ਭਲੇ ਲਈ ਕੰਮ ਕੀਤਾ। ਪਿਛਲੇ ਸਮੇਂ ਦੌਰਾਨ ਗੁਰੂਆਂ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਉਣ ਦੇ ਯਤਨ ਕੀਤੇ ਗਏ ਨੇ। ਦਹਾਕਿਆਂ ਬਾਅਦ ਕਰਤਾਰਪੁਰ ਲਾਂਘੇ ਦਾ ਨਿਰਮਾਣ ਹੋਣਾ ਵੀ ਰੂਹਾਨੀਅਤ ਸੁਖਦ ਹੈ। ਕੁਝ ਦਿਨ ਪਹਿਲਾਂ ਹੀ ਕਹਿੰਦੇ ਮੈਨੂੰ ਸ਼੍ਰੀ ਹੇਮਕੁੰਟ ਸਾਹਿਬ ਲਈ ਰੋਪਵੇ ਦੇ ਉਦਘਾਟਨ ਦਾ ਸੁਭਾਗ ਵੀ ਹਾਸਲ ਹੋਇਆ। ਸਾਨੂੰ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ। ਇਸੇ ਦਰਮਿਆਨ ਐਤਕੀ ਫਿਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉੱਠ ਰਹੀ ਹੈ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ 2019 ਦੇ ਵਿੱਚ ਮਨਾਇਆ ਗਿਆ ਸੀ, ਕੇਂਦਰ ਸਰਕਾਰ ਨੇ ਉਦੋਂ ਵੀ ਮੋਦੀ ਸਰਕਾਰ ਹੁੰਦੀ ਸੀ ਖੁਦ ਐਲਾਨ ਕੀਤਾ ਸੀ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਊਗੀ। ਪ੍ਰਕਾਸ਼ ਪੁਰਬ ਮੌਕੇ ਇਸ ਦਾ ਐਲਾਨ ਕੀਤਾ ਜਾਊਗਾ, ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਪੁਲਾੜ ਮੁਹਿੰਮ ਦੀ ਚਰਚਾ ਵੀ ਕੀਤੀ। ਮੋਦੀ ਨੇ ਕਿਹਾ ਕਿ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਨੂੰ ਉਹ ਪੁਰਾਣਾ ਸਮਾਂ ਵੀ ਯਾਦ ਆ ਰਿਹਾ ਜਦੋਂ ਭਾਰਤ ਨੂੰ ਕ੍ਰਾਇਓਜੈਨਿਕ ਰਾਕੇਟ ਟੈਕਨੋਲੋਜੀ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ, ਪਰ ਭਾਰਤ ਦੇ ਵਿਗਿਆਨੀਆਂ ਨੇ ਨਾ ਸਿਰਫ ਸਵਦੇਸ਼ੀ ਟੈਕਨੋਲੋਜੀ ਵਿਕਸਿਤ ਕੀਤੀ ਬਲਕਿ ਅੱਜ ਇਸ ਦੀ ਮਦਦ ਨਾਲ ਇੱਕੋ ਨਾਲ ਦਰਜਨਾਂ ਸੈਟੇਲਾਈਟਸ ਪੁਲਾੜ ਦੇ ਵਿੱਚ ਵੀ ਅਸੀਂ ਭੇਜ ਰਹੇ ਹਾਂ। ਮੱਧ ਪ੍ਰਦੇਸ਼ ਤੋਂ ਖਬਰ ਹੈ ਜਿੱਥੇ ਚੋਰ ਨੂੰ ਆਪਣੀ ਚੋਰੀ ਦਾ ਅਜਿਹਾ ਅਹਿਸਾਸ ਹੋਇਆ ਕਿ ਸਾਰਾ ਸਮਾਨ ਆਪਣੇ ਆਪ ਮੋੜ ਗਿਆ। ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਵਿੱਚ ਚੋਰ ਨੇ ਕੁਝ ਦਿਨ ਪਹਿਲਾਂ ਮੰਦਿਰ ਚੋਂ ਚਾਂਦੀ ਤੇ ਪਿੱਤਲ ਦੀਆਂ ਚੀਜ਼ਾਂ ਦੀ ਚੋਰੀ ਕਰ ਲਈ ਸੀ, ਪਰ ਹੁਣ ਉਸਨੇ ਮਾਫੀ ਮੰਗ ਕੇ ਵਾਪਸ ਕਰ ਦਿੱਤੀਆਂ ਨੇ। ਰੱਖ ਗਿਆ ਹੈ ਚੋਰ ਤੇ ਨਾਲ ਇੱਕ ਚਿੱਠੀ ਰੱਖੀ ਹੈ ਜਿਸ ਦੇ ਵਿੱਚ ਚੋਰ ਨੇ ਲਿਖਿਆ ਕਿ ਇਸ ਚੋਰੀ ਕਰਕੇ ਮੈਨੂੰ ਬਹੁਤ ਨੁਕਸਾਨ ਹੋਇਆ। 24 ਅਕਤੂਬਰ ਦੀ ਰਾਤ ਨੂੰ ਚੋਰ ਨੇ ਲਾਮਟਾ ਬਾਜ਼ਾਰ ਚੌਂਕ ਸਥਿਤ ਸ਼ਾਂਤੀਨਾਥ ਦਿਗੰਬਰ ਜੈਨ ਮੰਦਿਰ ਵਿੱਚੋਂ 9 ਚਾਂਦੀ ਦੇ ਛੱਤਰ ਅਤੇ ਚਾਂਦੀ ਦੀਆਂ ਹੀ 10 ਹੋਰ ਵੱਡੀਆਂ ਚੀਜ਼ਾਂ ਚੁਰਾ ਲਈਆਂ ਸੀ। 3 ਪਿੱਤਲ ਦੀਆਂ ਚੀਜ਼ਾਂ ਸਮੇਤ ਮਹਿੰਗੇ ਧਾਤੂ ਦੇ 10 ਹੋਰ
ਸਮਾਨ ਚੋਰੀ ਕਰ ਲਏ ਸੀ, ਪਰ ਹੁਣ ਸਾਰਾ ਕੁਝ ਉਹ ਵਾਪਸ ਰੱਖ ਗਿਆ। 6 ਸਾਲ ਪਹਿਲਾਂ ਮੁਦਰਾ ਨੀਤੀ ਕਮੇਟੀ ਯਾਨੀ ਕਿ MPC ਬਣਨ ਤੋਂ ਬਾਅਦ ਪਹਿਲੀ ਵਾਰੀ ਭਾਰਤੀ ਰਿਜ਼ਰਵ ਬੈਂਕ ਲਗਾਤਾਰ 9 ਮਹੀਨਿਆਂ ਦੌਰਾਨ ਮਹਿੰਗਾਈ ਦੀ ਦਰ ਨੂੰ ਕਾਬੂ 'ਚ ਰੱਖਣ ਵਿੱਚ ਅਸਫਲ ਰਹਿਣ ਤੇ ਸਰਕਾਰ ਨੂੰ ਰਿਪੋਰਟ ਤਿਆਰ ਕਰਕੇ ਸੌਂਪੇਗਾ। ਯਾਨੀ ਕਿ RBI ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਮਹਿੰਗਾਈ ਨੂੰ ਕਾਬੂ ਕਰਨ ਦੀ, ਪਰ ਹਾਲੇ ਤੱਕ ਸਫਲਤਾ ਨਹੀਂ ਮਿਲੀ ਤੇ ਆਪਣੀ ਅਸਫਲਤਾ ਤੇ RBI ਸਰਕਾਰ ਨੂੰ ਰਿਪੋਰਟ ਸੌਂਪੇਗੀ। ਕਮੇਟੀ ਦੀ ਸਥਾਪਨਾ 2016 ਦੇ ਵਿੱਚ ਮੁਦਰਾ ਨੀਤੀ ਬਣਾਉਣ ਲਈ ਯੋਜਨਾਬੱਧ ਢਾਂਚੇ ਵਜੋਂ ਕੀਤੀ ਗਈ ਸੀ। ਉਦੋਂ ਤੋਂ ਕਮੇਟੀ ਨੀਤੀਗਤ ਵਿਆਜ ਦਰਾਂ ਤੇ ਸਭ ਤੋਂ ਵੱਧ ਫੈਸਲਾ ਲੈਣ ਵਾਲੀ ਸੰਸਥਾ ਰਹੀ ਹੈ। ਕਮੇਟੀ ਦੇ ਢਾਂਚੇ ਤਹਿਤ ਸਰਕਾਰ ਨੇ RBI ਨੂੰ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ ਕਿ ਮਹਿੰਗਾਈ 4% ਤੋਂ ਹੇਠਾਂ ਰਹੇ। ਹਾਲਾਂਕਿ ਇਸ ਸਾਲ ਜਨਵਰੀ ਤੋਂ ਮਹਿੰਗਾਈ ਲਗਾਤਾਰ 6% ਤੋਂ ਉੱਤੇ ਹੈ। ਸਤੰਬਰ ਦੇ ਵਿੱਚ ਵੀ ਖਪਤਕਾਰ ਸੂਚਕਾਂਕ ਤੇ ਆਧਾਰਿਤ ਪਰਚੂਨ ਮਹਿੰਗਾਈ ਦਰ 7.5% ਦਰਜ ਕੀਤੀ ਗਈ ਸੀ। ਇਸ ਦਾ ਮਤਲਬ ਬਣਦਾ ਹੈ ਕਿ ਮਹਿੰਗਾਈ ਲਗਾਤਾਰ 9 ਮਹੀਨਿਆਂ ਤੋਂ 6% ਪੱਧਰ ਤੋਂ ਉੱਤੇ ਹੈ। ਮਹਿੰਗਾਈ ਦਾ ਪੱਧਰ ਦਰਸਾਉਂਦਾ ਹੈ ਕਿ RBI ਆਪਣੀਆਂ ਲਾਜ਼ਮੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਿਹਾ ਹੈ। ਤੇਲੰਗਾਨਾ ਤੋਂ ਖਬਰ ਹੈ, ਜਿੱਥੇ TRS ਦੇ 4 ਵਿਧਾਇਕਾਂ ਨੂੰ ਕਥਿਤ ਤੌਰ ਤੇ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਦਰਾਬਾਦ ਦੀ ਅਦਾਲਤ ਨੇ ਇਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਗ੍ਰਿਫਤਾਰੀਆਂ ਸ਼ਨੀਚਰਵਾਰ ਰਾਤ ਨੂੰ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਤੇਲੰਗਾਨਾ ਹਾਈ ਕੋਰਟ ਨੇ ਮੁਲਜ਼ਮਾਂ ਨੂੰ ਪੁਲਿਸ ਦੇ ਮੂਹਰੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦੇਣ ਵਾਲੀ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ। ਭਾਰਤੀ ਚੋਣ ਕਮਿਸ਼ਨ ਇਸ ਹਫ਼ਤੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ ਕਰ ਸਕਦਾ ਹੈ। 2017 ਦੇ ਵਿੱਚ ਅਪਣਾਈ ਪਰੰਪਰਾ ਦਾ ਹਵਾਲਾ ਦਿੰਦੇ ਹੋਏ ਚੋਣ ਕਮਿਸ਼ਨ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ ਤਰੀਕਾਂ ਦਾ ਐਲਾਨ ਤਾਂ ਕਰ ਦਿੱਤਾ ਸੀ, ਪਰ ਗੁਜਰਾਤ ਚੋਣ ਪ੍ਰੋਗਰਾਮ ਹਾਲੇ ਨਹੀਂ ਐਲਾਨਿਆ। ਹਿਮਾਚਲ ਦੇ ਵਿੱਚ 12 ਨਵੰਬਰ ਨੂੰ ਇੱਕੋ ਪੜਾਅ ਦੇ ਵਿੱਚ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਪਿਛਲੇ ਬ੍ਰੇਕ ਅਸੈਂਬਲੀ ਪਿਨ ਦੇ ਵਿੱਚ ਸੰਭਾਵਿਤ ਨੁਕਸ ਨੂੰ ਠੀਕ ਕਰਨ ਦੇ ਲਈ 3 ਮਾਡਲਾਂ ਵੈਗਨਾਰ, ਸੈਲੇਰੀਓ ਅਤੇ ਇਗਨਿਸ ਦੀਆਂ 9,925 ਯੂਨਿਟਾਂ ਵਾਪਸ ਮੰਗਵਾਏਗੀ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਭੇਜੀ ਸੂਚਨਾ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਹ ਜਿਹੜੇ ਪ੍ਰਭਾਵਿਤ ਵਾਹਨ ਨੇ 3 ਅਗਸਤ ਤੋਂ 1 ਸਤੰਬਰ 2022 ਦੇ ਵਿਚਾਲੇ ਬਣਾਏ ਗਏ ਸੀ। ਉਸ ਤੋਂ ਬਾਅਦ ਪਿਛਲੇ ਬ੍ਰੇਕ ਅਸੈਂਬਲੀ ਪਿਨ ਦੇ ਵਿੱਚ ਸੰਭਾਵਿਤ ਨੁਕਸ ਦੀਆਂ ਕਈ ਸ਼ਿਕਾਇਤਾਂ ਆਈਆਂ ਨੇ, ਜਿਸ ਤੋਂ ਬਾਅਦ ਕੰਪਨੀ ਨੇ ਇਹ ਜਿਹੜੀਆਂ ਕਾਰਾਂ ਵਾਪਸ ਮੰਗਵਾਉਣ ਦਾ ਫੈਸਲਾ ਲਿਆ ਹੈ। ਰੂਸ ਯੂਕਰੇਨ ਜੰਗ ਦੇ ਦਰਮਿਆਨ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਯੂਕਰੇਨ ਦੇ ਖਿਲਾਫ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਹੋਰ ਫੈਸਲਾ ਲਿਆ ਹੈ। ਰੂਸ ਨੇ ਕੁਝ ਹਫ਼ਤੇ ਪਹਿਲਾਂ ਹਸਤਾਖਰ ਕੀਤੇ ਉਸ ਸਮਝੌਤੇ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਤਹਿਤ ਯੂਕਰੇਨ ਆਪਣੇ ਕਾਲੇ ਸਾਗਰ ਬੰਦਰਗਾਹਾਂ ਤੋਂ ਅਨਾਜ ਨੂੰ ਬਿਨਾਂ ਕਿਸੇ ਰੁਕਾਵਟ ਦੇ ਦੂਸਰੇ ਮੁਲਕਾਂ ਨੂੰ ਨਿਰਯਾਤ ਕਰ ਸਕਦਾ ਹੈ। ਰੂਸ ਦਾ ਤਾਜ਼ਾ ਐਲਾਨ ਕ੍ਰੀਮੀਅਨ ਬੰਦਰਗਾਹ ਸ਼ਹਿਰ ਸਿਵਾਸਤੋਪੋਲ ਵਿੱਚ ਕਾਲੇ ਸਾਗਰ ਵਿੱਚ ਆਪਣੇ ਬੇੜੇ ਤੇ ਕਥਿਤ ਡਰੋਨ ਹਮਲੇ ਤੋਂ ਬਾਅਦ ਆਇਆ ਹੈ। ਮਾਸਕੋ ਦੇ ਵਿੱਚ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਰੂਸ ਕਾਲਾ ਸਾਗਰ ਪਹਿਲਕਦਮੀ ਵਿੱਚ ਹਿੱਸਾ ਲੈਣ ਵਾਲੇ ਸਿਵਲ ਕਾਰਗੋ ਜਹਾਜ਼ਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਦੇ ਸਕਦਾ। ਅੱਜ ਤੋਂ ਅਸੀਂ ਇਸ ਫੈਸਲੇ ਨੂੰ ਅਣਮਿੱਥੇ ਸਮੇਂ ਦੇ ਲਈ ਸਸਪੈਂਡ ਕਰ ਰਹੇ ਹਾਂ। ਦਾਅਵਾ ਕੀਤਾ ਗਿਆ ਕਿ ਜਹਾਜ਼ ਅਨਾਜ ਬਰਾਮਦ ਸਮਝੌਤੇ ਦੇ ਨਾਲ ਸੰਬੰਧਿਤ ਨੇ। ਇਹ ਵੀ ਕਿਹਾ ਉਹਨਾਂ ਨੇ ਕਿ ਤਾਜ਼ਾ ਹਮਲੇ ਦੇ ਨਾਲ ਉਹਨਾਂ ਦਾ ਇੱਕ ਜਹਾਜ਼ ਥੋੜਾ ਨੁਕਸਾਨਿਆ ਵੀ ਗਿਆ। ਇਸ ਹਮਲੇ ਦੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਰੂਸ ਨੇ ਦਾਅਵਾ ਕੀਤਾ ਹੈ ਕਿ ਹਮਲੇ ਸ਼ਨੀਚਰਵਾਰ ਸਵੇਰੇ 4:20 ਤੇ 9 ਹਵਾਈ ਤੇ 7 ਸਮੁੰਦਰੀ ਡਰੋਨਾਂ ਦੇ ਰਾਹੀਂ ਕੀਤੇ ਗਏ। ਹਾਲਾਂਕਿ ਯੂਕਰੇਨ ਨੇ ਹਮਲੇ ਦੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਰੂਸ ਦੇ ਇਸ ਕਦਮ ਨੂੰ ਗਲਤ ਦੱਸਿਆ ਹੈ। ਟਵਿੱਟਰ ਦੇ ਕਰਮਚਾਰੀਆਂ ਦੇ ਨਾਲ ਜੁੜੀ ਆਖਿਰਕਾਰ ਉਹੀ ਖਬਰ ਆ ਗਈ ਹੈ ਜਿਸ ਦਾ ਖਦਸ਼ਾ ਸੀ। ਟਵਿੱਟਰ ਦੇ ਨਵੇਂ ਬਣੇ ਮਾਲਕ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਕਹਿੰਦੇ ਟਵਿੱਟਰ ਦੇ ਵਿੱਚੋਂ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਇਰਾਦਾ ਬਣਾ ਲਿਆ ਤੇ ਉਹਨਾਂ ਨੇ ਟਵਿੱਟਰ ਨੂੰ ਟੇਕ ਓਵਰ ਕਰਨ ਤੋਂ ਦੂਸਰੇ ਦਿਨ ਹੀ 4 ਭਾਰਤੀ ਅਧਿਕਾਰੀਆਂ ਦੀ ਵੱਡੇ ਅਧਿਕਾਰੀਆਂ ਦੀ ਛੁੱਟੀ ਕਰ ਵੀ ਦਿੱਤੀ ਸੀ। ਕੁਝ ਦਿਨ ਪਹਿਲਾਂ ਮਸਕ ਨੇ $44 ਅਰਬ ਦੇ ਸੌਦੇ ਦੇ ਵਿੱਚ ਸੋਸ਼ਲ ਮੀਡੀਆ ਕੰਪਨੀ ਦੀ ਮਾਲਕੀ ਹਾਸਲ ਕੀਤੀ ਹੈ। ਦ ਨਿਊਯਾਰਕ ਟਾਈਮਜ਼ ਦੇ ਮੁਤਾਬਿਕ ਮਸਕ ਦੀ ਟਵਿੱਟਰ 'ਚੋਂ ਜਲਦ ਹੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰਨ ਦੀ ਯੋਜਨਾ ਹੈ। ਕੁਝ ਪ੍ਰਬੰਧਕਾਂ ਨੂੰ ਉਹਨਾਂ ਕਰਮਚਾਰੀਆਂ ਦੀ ਸੂਚੀ ਬਣਾਉਣ ਲਈ ਕਹਿ ਦਿੱਤਾ ਗਿਆ ਜਿਨ੍ਹਾਂ ਨੂੰ ਨੌਕਰੀ 'ਚੋਂ ਕੱਢਿਆ ਜਾ ਸਕਦਾ ਹੈ। ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਅਤੇ ਕੈਂਬਰਿਜ ਯੂਨੀਵਰਸਿਟੀ ਨੇ ਕਿਹਾ ਕਿ ਉਹ ਜ਼ਿੰਬਾਬਵੇ ਨੂੰ ਬਸਤੀਵਾਦੀ ਯੁੱਗ ਵਿੱਚ ਲਿਆਂਦੇ ਗਏ ਮਨੁੱਖੀ ਅਵਸ਼ੇਸ਼ਾਂ ਨੂੰ ਵਾਪਸ ਕਰਨ ਦੇ ਵਿੱਚ ਮਦਦ ਕਰਨ ਲਈ ਤਿਆਰ ਨੇ। ਇਹ ਤਾਜ਼ਾ ਬਿਆਨ ਜ਼ਿੰਬਾਬਵੇ ਦੇ ਵਫਦ ਦੇ UK ਜਾਣ ਤੋਂ ਬਾਅਦ ਆਇਆ, ਜਿੱਥੇ ਵਫਦ ਦੇ ਅਧਿਕਾਰੀਆਂ ਨੇ ਦੋਵੇਂ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜ਼ਿੰਬਾਬਵੇ 19ਵੀਂ ਸਦੀ ਦੇ ਅੰਤ ਵਿੱਚ ਬਸਤੀਵਾਦੀ ਵਿਰੋਧੀ ਨਾਇਕਾਂ ਦੀਆਂ ਖੋਪੜੀਆਂ ਦੀ ਖੋਜ ਕਰ ਰਿਹਾ ਹੈ ਜੋ ਉਹਨਾਂ ਨੂੰ ਲੱਗਦਾ ਹੈ ਕਿ ਬਰਤਾਨੀਆ ਦੇ ਵਿੱਚ ਹੋ ਸਕਦੇ ਨੇ। ਹਾਲਾਂਕਿ ਉਹਨਾਂ ਨੂੰ ਇਸ ਦਾ ਕੋਈ ਸਬੂਤ ਨਹੀਂ ਮਿਲਿਆ। ਜ਼ਿੰਬਾਬਵੇ ਦੇ ਪ੍ਰਸ਼ਾਸਨ ਨੂੰ ਲੰਬੇ ਸਮੇਂ ਤੋਂ ਸ਼ੱਕ ਹੈ ਕਿ ਬਰਤਾਨੀਆ ਨੇ 1890 ਦੇ ਦਹਾਕੇ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਬਗਾਵਤ ਕਰਨ ਵਾਲੇ ਲੀਡਰਾਂ ਦੇ ਜਿਹੜੇ ਅਵਸ਼ੇਸ਼ ਨੇ ਉਹਨਾਂ ਨੂੰ ਟਰਾਫੀਆਂ ਦੇ ਰੂਪ ਵਿੱਚ ਲਿਆ ਸੀ। ਅਜਾਇਬ ਘਰ ਦੇ ਵਿੱਚ ਖੋਜ ਦੌਰਾਨ ਨੈਚੁਰਲ ਹਿਸਟਰੀ ਮਿਊਜ਼ੀਅਮ ਨੂੰ 11 ਅਵਸ਼ੇਸ਼ ਮਿਲੇ ਨੇ ਜੋ ਮੂਲ ਰੂਪ ਦੇ ਵਿੱਚ ਜ਼ਿੰਬਾਬਵੇ ਦੇ ਜਾਪਦੇ ਨੇ। ਹਾਲਾਂਕਿ ਇਹਨਾਂ ਦੇ ਨਿਹੰਦਾ ਹੋਣ ਦੇ ਰਿਕਾਰਡ ਮੌਜੂਦ ਨਹੀਂ ਹਨ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਬਾਰੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ ਨਵੇਂ ਫੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਇਮਰਾਨ ਖਾਨ ਨੇ 1 ਮਹੀਨਾ ਪਹਿਲਾਂ ਉਹਨਾਂ ਨਾਲ ਸੰਪਰਕ ਕੀਤਾ ਸੀ। ਉਹਨਾਂ ਮੁਤਾਬਿਕ ਇਹ ਸੰਪਰਕ ਦੋਵੇਂ ਲੀਡਰਾਂ ਦੇ ਸਾਂਝੇ ਮਿੱਤਰ ਰਾਹੀਂ ਹੋਇਆ ਸੀ। ਪੀਐਮ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੇ ਉਹਨਾਂ ਨਾਲ ਸੰਪਰਕ ਕਰਕੇ ਸੈਨਾ ਮੁਖੀ ਦੇ ਅਹੁਦੇ ਦੇ ਲਈ 3 ਲੋਕਾਂ ਦੇ ਨਾਮ ਸੌਂਪ ਕੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਪੇਸ਼ਕਸ਼ ਦਿੱਤੀ ਸੀ। ਹਾਲਾਂਕਿ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਉਹਨਾਂ ਨੇ ਇਮਰਾਨ ਖਾਨ ਦੇ ਨਾਲ ਬੈਠਣ ਤੋਂ ਹੀ ਇਨਕਾਰ ਕਰ ਦਿੱਤਾ ਸੀ। T20 ਵਿਸ਼ਵ ਕੱਪ ਦੇ ਨਾਲ ਜੁੜੀ ਅਪਡੇਟ ਦੱਸ ਦਿੰਦੇ ਹਾਂ। ਵਿਸ਼ਵ ਕੱਪ ਦੇ ਵਿੱਚ ਪਾਕਿਸਤਾਨ ਨੇ ਨੀਦਰਲੈਂਡਸ ਨੂੰ 6 ਵਿਕਟਾਂ ਦੇ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ 13.5 ਓਵਰਾਂ ਦੇ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 95 ਦੌੜਾਂ ਬਣਾਈਆਂ। ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।